ਇਸ ਤੋਂ ਅੱਗੇ ਮੈਟਾਵਰਸ ਆ ਰਹੀ ਹੈ। ਮੈਟਾਵਰਸ ਕੀ ਆ, ਕਿਸ ਤਰੀਕੇ ਨਾਲ ਸਾਰੇ ਜਗ ਜਹਾਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਹੋਰ ਐਵੋਲਿਊਸ਼ਨ ਆਉਣ ਵਾਲਾ ਹੈ। ਪਰ ਜਦੋਂ ਤੁਸੀਂ ਮੈਟਾਵਰਸ ਦੇ ਵਿੱਚ ਹੋ, ਤੁਸੀਂ ਸਿਰਫ ਭਾਗ ਨਹੀਂ ਲੈ ਰਹੇ ਗੇਮ ਦੇ ਵਿੱਚ, ਤੁਸੀਂ ਐਕਚੁਅਲੀ ਉੱਥੇ ਰਹਿ ਰਹੇ ਹੋ, ਯੂ ਆਰ ਲਿਵਿੰਗ ਇਨ ਇਟ। ਸੋ ਉਹ ਚੀਜ਼ ਚੱਲ ਰਹੀ ਆ ਤੁਹਾਡੇ ਸੁੱਤੇ ਹੋਏ ਵੀ, ਜੇ ਤੁਸੀਂ ਉਸਨੂੰ ਬੰਦ ਕਰਤਾ ਤਾਂ ਵੀ ਚੱਲ ਰਹੀ ਆ ਜੀ। ਉਹ ਕਹਿੰਦੇ ਕਿ ਮੈਟਾਵਰਸ ਦੇ ਵਿੱਚ ਤਾਂ ਜ਼ਮੀਨ ਵੀ ਖਰੀਦ ਸਕਦੇ ਹੋ ਤੁਸੀਂ। ਕਈ ਲੋਕਾਂ ਨੇ ਜ਼ਮੀਨ ਖਰੀਦੀ ਵੀ ਹੈ। ਜੀ ਮੋਸਟ ਟੈਂਜੀਬਲ ਜੇ ਕੋਈ ਪ੍ਰੋਡਕਟ ਹੈਗਾ ਉਹ ਲੈਂਡ ਆ। ਅਸੀਂ ਲੈਂਡ ਦੇ ਉੱਤੇ ਖੜੇ ਹੋ ਸਕਦੇ ਹਾਂ। ਅਸੀਂ ਕਹਿੰਦੇ ਕਿ ਜ਼ਮੀਨ ਬਹੁਤ ਕੀਮਤੀ ਆ ਜੀ। ਸੋ ਇਹ ਕਿਵੇਂ ਵਿਕਦੀ ਆ, ਇੰਟਰਨੈਟ ਦੇ ਉੱਤੇ ਕਿਵੇਂ ਡੀਲਸ ਚੱਲਦੀਆਂ ਰਹੀਆਂ। ਸੋ ਮੈਟਾਵਰਸ ਦੇ ਵਿੱਚ ਲੈਂਡ ਵੀ ਖਰੀਦ ਰਹੇ ਔਰ ਬਹੁਤ ਚੀਜ਼ਾਂ ਹੋਰ ਵਿਕ ਰਹੀਆਂ ਨੇ। ਕੁਝ ਸਾਲ ਪਹਿਲਾਂ ਉਹਨਾਂ ਦੀ ਪ੍ਰਾਈਸ ਅਬਾਊਟ $1,000 ਸੀਗੀ, ਸਭ ਤੋਂ ਛੋਟੇ ਪਾਰਸਲ ਆਫ ਲੈਂਡ ਦੇ ਲਈ, ਤੇ ਹੁਣ ਉਹਦੀ ਪ੍ਰਾਈਸ 13,000 ਤੋਂ ਵੀ ਉੱਪਰ ਹੋ ਚੁੱਕੀ ਆ। ਵਾਓ। ਦੇ ਵਿੱਚ ਫਿਰ ਉੱਥੇ ਜਿਹੜੇ ਹੋਰ ਵਰਚੁਅਲ ਐਵਟਾਰਸ ਆ, ਤੁਹਾਡੇ ਫਰੈਂਡਸ ਨੇ, ਦੋਸਤ ਮਿੱਤਰ ਨੇ, ਚਾਹੇ ਉਹ ਤੁਹਾਨੂੰ ਨਿੱਜੀ ਤੌਰ 'ਤੇ ਨਾ ਜਾਣਦੇ ਹੋਣ ਅਸਲੀ ਦੁਨੀਆ ਦੇ ਵਿੱਚ, ਉਹ ਤੁਹਾਡੇ ਘਰ ਵਿੱਚ ਆ ਕੇ ਹੈਂਗ ਆਊਟ ਕਰ ਸਕਦੇ ਆ। ਸੋਸ਼ਲ ਕੈਪੀਟਲ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ। ਬਹੁਤ ਸਾਰੇ ਜਿਹੜੇ ਬ੍ਰਾਂਡਸ ਆ ਉਹ ਜਿਵੇਂ ਫੋਰ ਐਗਜ਼ਾਮਪਲ ਗੁੱਚੀ ਆ, ਉਹ ਪਰਸ ਜਾਂ ਫਿਰ ਕੱਪੜੇ ਵੇਚ ਰਹੇ ਆ ਮੈਟਾਵਰਸ ਉੱਪਰ, ਜਿਹੜੇ ਕਿ ਤੁਸੀਂ ਸੇਮ ਕਲਰਸ ਦੇ ਵਿੱਚ, ਸੇਮ ਸਟਾਈਲਸ ਦੇ ਵਿੱਚ ਪਾਓਗੇ ਜਿਹੜੇ ਸਾਨੂੰ ਰੀਅਲ ਲਾਈਫ ਦੇ ਵਿੱਚ ਦੇਖਣ ਨੂੰ ਮਿਲਦੇ ਆ, ਪਰ ਉਹਨਾਂ ਦੀ ਮੈਟਾਵਰਸ ਲਈ ਅਲੱਗ ਕਲੈਕਸ਼ਨ ਆ। ਜਾਂ ਅੱਖਾਂ ਦੀ ਮੂਵਮੈਂਟ ਆ ਤੇ ਫੇਸ਼ੀਅਲ ਕਿਊਜ਼ ਆ, ਤੁਸੀਂ ਦੁਖੀ ਹੋ, ਉਦਾਸ ਹੋ ਕਿ ਤੁਸੀਂ ਖੁਸ਼ ਹੋ, ਉਹ ਤਾਂ ਰੈਕਗਨਾਈਜ਼ ਹੋਣਾ ਸ਼ੁਰੂ ਹੋ ਚੁੱਕੇ ਆ। ਸੋ ਜਿਹੜੀ ਫਲੈਸ਼ ਟੂ ਫਲੈਸ਼ ਫੀਲ ਆ, ਇਸ ਨੂੰ ਸਿਮੂਲੇਟ ਕਰਦੀ, ਮਤਲਬ ਇਸ ਦੇ ਨਾਲ ਮੇਲ ਖਾਂਦੀ ਕੋਈ ਚੀਜ਼ ਆ ਸਕਦੀ ਆ, ਪਰ ਉਹ 100% ਫੀਲ ਤਾਂ ਨਹੀਂ ਮਿਲੂਗੀ। ਹੋ ਸਕਦਾ ਮੈਂ ਗਲਤ ਹੋਵਾਂ ਪਰ ਹੁਣ ਤੱਕ ਇਹ ਲੱਗ ਰਿਹਾ ਕਿ 100% ਨਹੀਂ ਉਹ ਚੀਜ਼ ਮਿਲ ਸਕਦੀ, ਪਰ ਮੇਲ ਖਾਂਦੀ ਜ਼ਰੂਰ ਮਿਲ ਸਕਦੀ ਹੈ। ਤੁਸੀਂ ਸ਼ਾਮਿਲ ਹੋ ਦ ਹਰਜਿੰਦਰ ਥਿੰਦ ਸ਼ੋਅ ਵਿੱਚ। ਜਿਸ ਤਰ੍ਹਾਂ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਆਏ ਦਿਨ ਨਵੇਂ ਚਮਤਕਾਰ, ਨਵੀਆਂ ਖੋਜਾਂ ਹੋ ਰਹੀਆਂ ਨੇ, ਲੇਕਿਨ ਕਮਿਊਨੀਕੇਸ਼ਨ ਦੇ ਸੰਚਾਰ ਦੇ ਇਸ ਫੀਲਡ ਦੇ ਵਿੱਚ ਜਦੋਂ ਤੋਂ ਇੰਟਰਨੈਟ ਆਇਆ, ਲੋਕਾਂ ਦੀਆਂ ਜ਼ਿੰਦਗੀਆਂ ਬਦਲ ਗਈਆਂ, ਦੁਨੀਆ ਬਦਲ ਗਈ, ਸਾਰਾ ਸੰਸਾਰ ਬਦਲ ਗਿਆ। ਲੇਕਿਨ ਹੁਣ ਗੱਲ ਇੱਥੇ ਖੜੋਤੀ ਨਹੀਂ ਰਹੇਗੀ। ਇਸ ਤੋਂ ਅੱਗੇ ਮੈਟਾਵਰਸ ਆ ਰਹੀ ਹੈ। ਮੈਟਾਵਰਸ ਕੀ ਆ, ਕਿਸ ਤਰੀਕੇ ਨਾਲ ਸਾਰੇ ਜਗ ਜਹਾਨ ਦੇ ਵਿੱਚ ਸਾਰੀ ਦੁਨੀਆ ਦੇ ਵਿੱਚ ਇੱਕ ਹੋਰ ਐਵੋਲਿਊਸ਼ਨ ਆਉਣ ਵਾਲਾ ਹੈ। ਔਰ ਇਹ ਦਰਅਸਲ ਆ ਚੁੱਕਿਆ, ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਅੱਜ ਨੈਨਾ ਗਰੇਵਾਲ ਜੀ ਜਿਹੜੇ ਕਿ ਨਵੀਂ ਜਨਰੇਸ਼ਨ ਦੇ ਵਿੱਚ, ਖ਼ਾਸ ਤੌਰ ਦੇ ਉੱਤੇ ਆਪ ਵੀ ਨਵੀਂ ਜਨਰੇਸ਼ਨ 'ਚੋਂ ਹੋਣ ਕਰਕੇ ਅਤੇ ਹੋਰ ਆਪ ਤੋਂ ਵੀ ਅਗਲੀ ਜਨਰੇਸ਼ਨ ਐਕਸ ਦੇ ਵਿੱਚ ਦਿਲਚਸਪੀ ਲੈਂਦੇ ਨੇ ਔਰ ਦੇਖਦੇ ਨੇ ਕਿ ਲੋਕ ਚਾਹੁੰਦੇ ਕੀ ਨੇ ਔਰ ਮਾਰਕੀਟਿੰਗ ਜਿਹੜੀ ਆ ਉਹ ਕਿਸ ਤਰੀਕੇ ਨਾਲ ਹੋ ਰਹੀ ਹੈ। ਆਮ ਲੋਕਾਂ ਦੇ ਸੁਭਾਅ ਦੇ ਵਿੱਚ ਵੀ ਟੈਕਨੋਲੋਜੀ ਦਾ ਅਸਰ ਰਿਫਲੈਕਟ ਹੋ ਰਿਹਾ ਹੈ। ਹੁਣ ਲੋਕ ਬਹੁਤ ਉਤਾਵਲੇ ਹੋ ਗਏ ਨੇ, ਅਟੈਂਸ਼ਨ ਸਪੈਨ ਬਹੁਤ ਛੋਟਾ ਹੋ ਰਿਹਾ ਹੈ। ਲੋਕ ਕਾਹਲੀ 'ਚ ਨੇ ਕਿ ਚੀਜ਼ ਬਹੁਤ ਜਲਦੀ ਵਾਪਰ ਜਾਣੀ ਚਾਹੀਦੀ ਹੈ। ਇਹ ਮੈਟਾਵਰਸ ਕੀ ਇਸ ਦੇ ਵਿੱਚ ਹੋਰ ਮਹੱਤਵਪੂਰਨ ਰੋਲ ਅਦਾ ਕਰੇਗੀ? ਹੈ ਮੈਟਾਵਰਸ ਕੀ? ਆਓ ਅੱਜ ਸੁਣਦੇ ਹਾਂ, ਕਿਉਂਕਿ ਜਦ ਤੋਂ ਜੀ ਆਇਆਂ ਨੂੰ ਜੀ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਮਿਸਟਰ ਥਿੰਦ, ਤੇ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਨੈਨਾ, ਜਦ ਤੋਂ ਤੁਸੀਂ ਮੈਨੂੰ ਇਹ ਦੱਸਿਆ, ਮੈਂ ਤਾਂ ਸੋਚ ਕੇ ਹੈਰਾਨ ਹੋਈ ਜਾਂਦਾ ਔਰ ਮੈਂ ਆਪਣੇ ਦੋਸਤਾਂ ਨਾਲ ਗੱਲ ਕਰਦਾ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਇਸ ਬਾਰੇ ਜੀ। ਉਹ ਕਹਿੰਦੇ ਵੀ ਤਾਂ ਅਸੀਂ ਤਾਂ ਕਦੇ ਸੁਣਿਆ ਨਹੀਂ ਗਾ, ਇਹ ਕਿਵੇਂ ਹੋ ਸਕਦਾ, ਇਹ ਹੋ ਹੀ ਨਹੀਂ ਸਕਦਾ। ਮੇਰਾ ਵੀ ਜਿਹੜਾ ਮਨ ਕਈ ਵਾਰੀ ਮੰਨਦਾ, ਕਈ ਵਾਰੀ ਨਹੀਂ ਮੰਨਦਾ। ਜਦੋਂ ਮੈਂ ਤੁਹਾਡੇ ਨਾਲ ਡਿਸਕਸ ਕਰਿਆ, ਮੈਂ ਇਹਨਾਂ ਵਿਚਾਰਾਂ ਵਿੱਚ ਖੋਇਆ ਹੋਇਆ। ਕਈ ਵਾਰੀ ਮੈਂ ਖੁਸ਼ ਹੁੰਦਾ, ਕਈ ਵਾਰੀ ਮੈਨੂੰ ਲੱਗਦਾ ਕਿ ਪਿੱਛੇ ਹੀ ਨਾ ਰਹਿ ਜਾਈਏ, ਕਿਤੇ ਪਤਾ ਹੀ ਨਾ ਲੱਗੇ ਕੀ ਹੋ ਰਿਹਾ। ਇਹਦੇ ਬਾਰੇ ਸਾਨੂੰ ਦੱਸੋ, ਮੈਟਾਵਰਸ ਹੈ ਕੀ? ਜੀ ਮਿਸਟਰ ਥਿੰਦ, ਮੈਨੂੰ ਵੀ ਮੈਟਾਵਰਸ ਬਾਰੇ ਕੁਝ ਕੁ ਸਾਲ ਪਹਿਲਾਂ ਹੀ ਪਤਾ ਚੱਲਿਆ, 1-2 ਸਾਲ ਪਹਿਲਾਂ ਹੀ, ਪਰ ਇਹ ਕਾਫੀ ਚਿਰ ਤੋਂ ਚੀਜ਼ ਚੱਲਦੀ ਆ ਰਹੀ ਆ। ਮੈਟਾਵਰਸ ਨੂੰ ਸਮਝਣ ਦੇ ਲਈ ਪਹਿਲਾਂ ਇੰਟਰਨੈਟ ਨੂੰ ਸਮਝਣਾ ਬਹੁਤ ਜ਼ਰੂਰੀ ਆ। ਜੇ ਅਸੀਂ ਕੁਝ ਸਾਲ ਪਿੱਛੇ ਜਾਈਏ ਤਾਂ ਜਦੋਂ ਇੰਟਰਨੈਟ ਆਇਆ ਸੀ, ਉਦੋਂ ਵੀ ਅਜਿਹੀ ਹੀ ਖਿਆਲ ਆ ਰਹੇ ਸੀ ਕਿ ਪਿੱਛੇ ਹੀ ਨਾ ਰਹਿ ਜਾਈਏ, ਹੈ ਕੀ ਚੀਜ਼ ਆ, ਸਮਝ ਹੀ ਨਹੀਂ ਆ ਰਿਹਾ ਸੀਗਾ। ਇਸ ਸਮੇਂ ਮੈਟਾਵਰਸ ਵੀ ਕੁਝ ਅਜਿਹੀ ਫੇਜ਼ ਦੇ ਵਿੱਚ ਆ। ਜੇ ਇੰਟਰਨੈਟ ਦੀ ਗੱਲ ਕਰੀਏ, ਪਹਿਲਾ ਇੰਟਰਨੈਟ ਸੀਗਾ ਵੈਬ 1.0, ਜਿਹਦੇ ਵਿੱਚ ਤੁਸੀਂ ਚੀਜ਼ਾਂ ਨੂੰ ਸਿਰਫ ਪੜ੍ਹ ਸਕਦੇ ਸੀ। ਉਹ ਰੀਡ ਓਨਲੀ ਸੀ, ਤੁਸੀਂ ਕੁਝ ਕਰ ਨਹੀਂ ਸਕਦੇ ਸੀ। ਕੋਈ ਫੇਸਬੁੱਕ ਨਹੀਂ ਸੀ, ਕੋਈ ਇੰਸਟਾਗ੍ਰਾਮ ਨਹੀਂ ਸੀ। ਉਸ ਤੋਂ ਬਾਅਦ ਆਇਆ ਵੈਬ 2.0, ਜਿਹੜਾ ਹੁਣ ਚੱਲ ਰਿਹਾ।
ਉਹਦੇ ਵਿੱਚ ਅਸੀਂ ਕੁਝ ਕੁ ਚੀਜ਼ਾਂ ਪੜ੍ਹ ਸਕਦੇ ਹਾਂ, ਪਰ ਕੁਝ ਕੁ ਆਪ ਵੀ ਪਾ ਸਕਦੇ ਹਾਂ, ਜਿਵੇਂ ਕਿ ਫੇਸਬੁੱਕ 'ਤੇ, ਇੰਸਟਾਗ੍ਰਾਮ 'ਤੇ। ਉਹਦੇ ਵਿੱਚ ਅਸੀਂ ਭਾਗ ਲੈ ਸਕਦੇ ਹਾਂ, ਪਾਰਟੀਸਪੇਟ ਕਰ ਸਕਦੇ ਹਾਂ। ਅਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੈਬ 3.0 ਆ ਰਿਹਾ। ਇਸ ਦੇ ਵਿੱਚ ਤੁਸੀਂ ਆਪ ਹੀ ਬਣਾਉਂਦੇ ਹੋ ਅਤੇ ਆਪ ਹੀ ਪਾਰਟੀਸਪੇਟ ਕਰਦੇ ਹੋ। ਜਿਵੇਂ ਇੱਕ ਪੰਜਾਬੀ ਫਿਲਮ ਦੀ ਲਾਈਨ ਆ ਕਿ ਇੱਥੇ ਨੌਕਰੀ ਮਾਲਿਕ ਅਤੇ ਮਾਲਿਕ ਹੀ ਨੌਕਰ ਆ। ਸੋ ਸੇਮ ਥਿੰਗ। ਅਤੇ ਵੈਬ 3.0 ਦੇ ਵਿੱਚੋਂ ਇੱਕ ਚੀਜ਼ ਉੱਭਰ ਕੇ ਸਾਹਮਣੇ ਆ ਰਹੀ ਆ, ਉਹ ਹੈ ਦ ਮੈਟਾਵਰਸ। ਮੈਟਾਵਰਸ ਇੱਕ ਅਜਿਹੀ ਚੀਜ਼ ਆ ਕਿ ਜਿਹੋ ਜਿਹੀ ਆਪਣੀ ਦੁਨੀਆ ਆਪਾਂ ਨੂੰ ਦੇਖਣ ਨੂੰ ਮਿਲਦੀ ਆ, ਅਜਿਹੀ ਇੱਕ ਪੂਰੀ ਦੁਨੀਆ ਵਰਚੁਅਲੀ ਐਗਜ਼ਿਸਟ ਕਰੇਗੀ ਅਤੇ ਕਰ ਰਹੀ ਆ ਹੁਣ ਹੋ ਚੁੱਕੀ ਹੈ create? ਜੀ। ਇਹ ਚੀਜ਼ ਹੁਣ ਵੀ ਹੈਗੀ ਆ, ਪਰ ਜਿਹੜੀ ਇਹਦੀ ਅਡੋਪਸ਼ਨ ਆ ਉਹ ਹੌਲੀ ਹੌਲੀ ਵੱਧਦੀ ਜਾ ਰਹੀ ਆ। ਹਾਲੇ ਇਹ ਚੀਜ਼ ਇੰਨੀ ਵਧੀ ਨਹੀਂ, ਪਰ ਫਿਰ ਵੀ ਨੰਬਰ ਬਹੁਤ ਹੀ ਹਾਈ ਨੇ। ਪਿਛਲੇ ਸਾਲ ਜਿਹੜਾ ਮੈਟਾਵਰਸ ਸੀਗਾ ਉਹਦੀ ਨੈੱਟਵਰਥ ਅਰਾਊਂਡ $200 ਬਿਲੀਅਨ ਸੀਗੀ। ਅਤੇ 2023 ਤੱਕ ਕਹਿ ਰਹੇ ਆ ਕਿ $1 ਟ੍ਰਿਲੀਅਨ ਤੋਂ ਵੀ ਵੱਧ ਇਹਨੇ ਵੱਧ ਜਾਣਾ। ਸੋ ਮੈਂ ਤਾਂ ਇਹ ਵੀ ਸੁਣ ਰਿਹਾ ਕਿ ਮੈਟਾਵਰਸ ਦੇ ਵਿੱਚ ਹੁਣ ਜਿਵੇਂ ਮੈਂ ਲੋਕਾਂ ਨੂੰ ਪੁੱਛਦਾ ਹਾਂ ਜੀ, ਉਹ ਕਹਿੰਦੇ ਕਿ ਮੈਟਾਵਰਸ ਦੇ ਵਿੱਚ ਤਾਂ ਜ਼ਮੀਨ ਵੀ ਖਰੀਦ ਸਕਦੇ ਹੋ ਤੁਸੀਂ। ਕਈ ਲੋਕਾਂ ਨੇ ਜ਼ਮੀਨ ਖਰੀਦੀ ਵੀ ਆ, ਕਿਉਂਕਿ ਮੋਸਟ ਟੈਂਜੀਬਲ ਜੇ ਕੋਈ ਪ੍ਰੋਡਕਟ ਹੈਗਾ ਉਹ ਲੈਂਡ ਆ। ਅਸੀਂ ਲੈਂਡ ਦੇ ਉੱਤੇ ਖੜੇ ਹੋ ਸਕਦੇ ਹਾਂ। ਅਸੀਂ ਕਹਿੰਦੇ ਕਿ ਜ਼ਮੀਨ ਬਹੁਤ ਕੀਮਤੀ ਆ ਜੀ। ਸੋ ਇਹ ਕਿਵੇਂ ਵਿਕਦੀ ਆ, ਇੰਟਰਨੈਟ ਦੇ ਉੱਤੇ ਕਿਵੇਂ ਡੀਲਸ ਚੱਲਦੀਆਂ ਰਹੀਆਂ। ਸੋ ਮੈਟਾਵਰਸ ਦੇ ਵਿੱਚ ਲੈਂਡ ਵੀ ਖਰੀਦ ਰਹੇ ਔਰ ਬਹੁਤ ਚੀਜ਼ਾਂ ਹੋਰ ਵਿਕ ਰਹੀਆਂ ਨੇ ਜੀ। ਸੋ ਜੇ ਆਪਾਂ ਇੱਦਾਂ ਸੋਚੀਏ ਨਾ ਕਿ ਜਿਹੜੀ ਹੁਣ ਇਹ ਦੁਨੀਆ ਆ, ਜਦੋਂ ਆਪਾਂ ਸੌਂ ਜਾਂਦੇ ਹਾਂ ਫਿਰ ਵੀ ਦੁਨੀਆ ਚੱਲਦੀ ਰਹਿੰਦੀ ਆ, ਉਵੇਂ ਹੀ ਮੈਟਾਵਰਸ ਦੇ ਵਿੱਚ ਜਿਹੜੀ ਵਰਚੁਅਲ ਰਿਐਲਿਟੀ ਆ, ਉਹ ਇੱਦਾਂ ਨਹੀਂ ਕਿ ਜਿਹੜੀਆਂ ਹੁਣ ਗੇਮਸ ਨੇ, ਜਦੋਂ ਆਪਾਂ ਗੇਮ ਬੰਦ ਕਰਤੀ ਗੇਮ ਬੰਦ ਆ। ਪਰ ਜਦੋਂ ਤੁਸੀਂ ਮੈਟਾਵਰਸ ਦੇ ਵਿੱਚੋਂ ਤੁਸੀਂ ਸਿਰਫ ਭਾਗ ਨਹੀਂ ਲੈ ਰਹੇ ਗੇਮ ਦੇ ਵਿੱਚ, ਤੁਸੀਂ ਐਕਚੁਅਲੀ ਉੱਥੇ ਰਹਿ ਰਹੇ ਹੋ, ਯੂ ਆਰ ਲਿਵਿੰਗ ਇਨ ਇਟ। ਸੋ ਉਹ ਚੀਜ਼ ਚੱਲ ਰਹੀ ਆ ਤੁਹਾਡੇ ਸੁੱਤੇ ਹੋਏ ਵੀ, ਜੇ ਤੁਸੀਂ ਉਸਨੂੰ ਬੰਦ ਕਰਤਾ ਤਾਂ ਵੀ ਚੱਲ ਰਹੀ ਆ। ਸੋ ਇਸ ਲਈ ਮੈਟਾਵਰਸ ਦੇ ਵਿੱਚ ਜਿਹੜੀ ਤੁਸੀਂ ਗੱਲ ਕੀਤੀ ਆ ਜ਼ਮੀਨ ਖਰੀਦਣ ਦੀ, ਰੀਅਲ estate ਦੀ, ਉਹਦੀ ਵੈਲਿਊ ਆ। ਪਰ ਇਹਦੀ ਵੈਲਿਊ ਜੇ ਆਪਾਂ ਸੋਚੀਏ ਡਾਲਰਸ ਦੇ ਵਿੱਚ, ਮੈਂ ਤੁਹਾਨੂੰ ਥੋੜ੍ਹਾ ਜਿਹਾ ਅੰਦਾਜ਼ਾ ਦੇ ਸਕਦੀ ਹਾਂ। ਕੁਝ ਸਾਲ ਪਹਿਲਾਂ ਜੇ ਤੁਸੀਂ ਇੱਕ ਮੈਟਾਵਰਸ ਦੇ ਵਿੱਚ ਹੀ ਤੁਸੀਂ ਕਹਿ ਸਕਦੇ ਹੋ ਇੱਕ ਗੇਮ ਜਾਂ ਵਰਚੁਅਲ ਟਾਈਪ ਚੀਜ਼ ਆ, ਸੈਂਡ ਬਾਕਸ, ਉਹਦੇ ਵਿੱਚ ਕਾਫੀ ਜ਼ਮੀਨਾਂ ਵਿਕੀਆਂ ਨੇ। ਕੁਝ ਸਾਲ ਪਹਿਲਾਂ ਉਹਨਾਂ ਦੀ ਪ੍ਰਾਈਸ ਅਬਾਊਟ $1,000 ਸੀਗੀ, ਸਭ ਤੋਂ ਛੋਟੇ ਪਾਰਸਲ ਆਫ ਲੈਂਡ ਦੇ ਲਈ। ਅਤੇ ਹੁਣ ਉਹਦੀ ਪ੍ਰਾਈਸ 13,000 ਤੋਂ ਵੀ ਉੱਪਰ ਹੋ ਚੁੱਕੀ ਆ। ਵਾਓ। ਤੇ ਇਹ ਡਾਲਰ ਲੈਂਦੇ ਨੇ ਮੈਟਾਵਰਸ ਦੇ ਵਿੱਚ ਜਾਂ ਕਿ ਬਿਟਕੋਇਨ ਲੈਂਦੇ ਨੇ? ਜੀ। ਸੋ ਮੈਟਾਵਰਸ ਦੇ ਵਿੱਚ ਵੱਖਰੀਆਂ ਤਰ੍ਹਾਂ ਦੀਆਂ ਕਰੰਸੀਜ਼ ਯੂਜ਼ ਹੁੰਦੀਆਂ ਨੇ। ਉਹਨਾਂ ਵਿੱਚੋਂ ਕਾਫੀ ਕ੍ਰਿਪਟੋ ਕਰੰਸੀਜ਼ ਹੀ ਨੇ। ਸੋ ਬਿਟਕੋਇਨ ਉਹਨਾਂ ਦੇ ਵਿੱਚ ਆ ਜਾਂਦਾ ਆ, ਪਰ ਉਹ ਕਰੰਸੀਜ਼ ਲੈਣ ਦੇ ਲਈ ਵੀ ਤੁਹਾਨੂੰ ਡਾਲਰ ਹੀ ਯੂਜ਼ ਕਰਨੇ ਪੈਣਗੇ। ਵੱਖਰੇ ਢੰਗ ਨੇ, ਜਿਉਂ ਤੁਸੀਂ ਇਹਦੇ ਵਿੱਚ ਜਾਓਗੇ ਤੁਹਾਨੂੰ ਹੋਰ ਪਤਾ ਲੱਗੇਗਾ। ਪਰ ਜਿਹੜਾ ਰੀਅਲ estate ਹੁਣ ਸਰੀ ਦੇ ਵਿੱਚ ਕਹਿ ਰਹੇ ਆ ਕਿ ਬਹੁਤ ਮਾਰਕੀਟ ਵਿੱਚ ਅੱਗ ਲੱਗੀ ਹੋਈ ਆ, ਸੁਣਨ ਨੂੰ ਮਿਲਦਾ ਆ। ਪਰ ਕਿਉਂਕਿ ਇੱਥੇ ਜਿੰਨੀ ਆਪਾਂ ਨੂੰ ਦੇਖਣ ਨੂੰ ਧਰਤੀ ਮਿਲਦੀ ਆ ਓਨੀ ਹੀ ਆ। ਪਰ ਮੈਟਾਵਰਸ ਦੇ ਵਿੱਚ ਗੱਲ ਇਹ ਆ ਕਿ ਕੋਈ ਉੱਥੇ ਸੀਮਾ ਨਹੀਂ ਗੀ। ਤੁਸੀਂ ਵਰਚੁਅਲ ਵਰਲਡ ਦੇ ਵਿੱਚ ਜਿੰਨੀ ਮਰਜ਼ੀ ਧਰਤੀ ਹੋਰ ਲੈ ਕੇ ਆ ਸਕਦੇ ਹੋ। ਸੋ ਇਸ ਲਈ ਮੈਟਾਵਰਸ ਦੇ ਵਿੱਚ ਜ਼ਮੀਨ ਨੂੰ ਖਰੀਦਣਾ ਅਤੇ ਉਹਨੂੰ ਇਨਵੈਸਟਮੈਂਟ ਦੇ ਤੌਰ 'ਤੇ ਲੈਣਾ ਥੋੜ੍ਹਾ ਜਿਹਾ ਰਿਸਕੀ ਵੀ ਆ। ਜੀ ਹਾਂ, ਪ੍ਰਾਈਸਿਸ ਹੁਣ ਤੱਕ ਤਾਂ ਉੱਪਰ ਜਾ ਰਹੀਆਂ ਨੇ, ਪਰ ਅੱਗੇ ਜੇ ਹੋਰ ਲੈਂਡ ਆ ਜਾਂਦੀ ਆ ਤਾਂ ਉਸ ਦੇ ਨਾਲ ਪ੍ਰਾਈਸ ਵੱਧਦੀ ਆ ਕਿ ਨਹੀਂ। ਜਿਉਂ ਹੋਰ ਲੋਕੀ ਆਉਂਦੇ ਨੇ, ਕੀ ਪਤਾ ਹੋਰ ਵੈਲਿਊ ਉੱਪਰ ਚਲ ਜਾਵੇ। ਪਰ ਤੁਸੀਂ ਇਨਵੈਸਟਮੈਂਟ ਦੇ ਤੌਰ 'ਤੇ ਜਾਂ ਫਿਰ ਆਪਣਾ ਆਪ ਤੁਸੀਂ ਘਰ ਬਣਾਉਣ ਦੇ ਲਈ ਵੀ ਜ਼ਮੀਨ ਖਰੀਦ ਸਕਦੇ ਹੋ ਮੈਟਾਵਰਸ ਦੇ ਵਿੱਚ। ਫਿਰ ਉੱਥੇ ਜਿਹੜੇ ਹੋਰ ਵਰਚੁਅਲ ਐਵਟਾਰਸ ਆ, ਤੁਹਾਡੇ ਫਰੈਂਡਸ ਨੇ, ਦੋਸਤ ਮਿੱਤਰ ਨੇ, ਚਾਹੇ ਉਹ ਤੁਹਾਨੂੰ ਨਿੱਜੀ ਤੌਰ 'ਤੇ ਨਾ ਜਾਣਦੇ ਹੋਣ ਅਸਲੀ ਦੁਨੀਆ ਦੇ ਵਿੱਚ, ਉਹ ਤੁਹਾਡੇ ਘਰ ਵਿੱਚ ਆ ਕੇ ਹੈਂਗ ਆਊਟ ਕਰ ਸਕਦੇ ਆ। ਸੋਸ਼ਲ ਕੈਪੀਟਲ ਤੁਸੀਂ ਆਪਣੇ ਘਰ ਦੇ ਵਿੱਚ ਬਣਾ ਸਕਦੇ ਹੋ। ਸੋ ਜੀ ਹਾਂ, ਤੁਸੀਂ ਮੈਟਾਵਰਸ ਦੇ ਵਿੱਚ ਵੀ ਰੀਅਲ estate ਮਾਰਕੀਟ ਹੈਗੀ ਆ, ਪੂਰੀ ਰੀਅਲ estate ਏਜੰਟ ਨੇ ਉੱਥੇ। ਸੋ ਹੋ ਸਕਦਾ ਹੈ ਕਿ ਮੈਟਾਵਰਸ ਦੇ ਵਿੱਚ ਤੁਹਾਡੀ ਨੌਕਰੀ ਹੋਈ ਰੀਅਲ estate ਏਜੰਟ ਦੀ ਹੋਵੇ। ਪਰ ਟੱਚ ਐਂਡ ਫੀਲ ਨਹੀਂ ਕਰ ਸਕਦਾ ਜੀ। ਇਸ ਨੂੰ ਟੱਚ ਐਂਡ ਫੀਲ ਨਹੀਂ ਕਰ ਸਕਦੇ, ਪਰ ਇੱਥੇ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਟੈਕਨੋਲੋਜੀ ਜਿਉਂ ਐਡਵਾਂਸ ਹੋ ਰਹੀ ਆ, ਮੈਟਾਵਰਸ ਨੂੰ ਐਕਸਪੀਰੀਅੰਸ ਕਰਨ ਦੇ ਵੱਖਰੇ ਤਰੀਕੇ ਆ ਰਹੇ ਆ। ਫੋਰ ਐਗਜ਼ਾਮਪਲ ਜਿਹੜੀਆਂ AR ਗੋਗਲਸ ਆਪਾਂ ਨੂੰ ਆਗਮੈਂਟਡ ਰਿਐਲਿਟੀ ਗੋਗਲਸ ਦੇਖਣ ਨੂੰ ਮਿਲਦੀਆਂ ਨੇ ਮਾਰਕੀਟ ਦੇ ਵਿੱਚ, ਉਹਨਾਂ ਨੂੰ ਪਾ ਕੇ ਤੁਸੀਂ ਜੇ ਉੱਪਰ ਨੂੰ ਦੇਖੋਗੇ ਤੁਹਾਨੂੰ ਸੱਚਮੁੱਚ ਹੀ ਆਸਮਾਨ ਦਿਖੂਗਾ। ਜੇ ਤੁਸੀਂ ਆਲੇ ਦੁਆਲੇ ਦੇਖੋਗੇ ਤੁਸੀਂ ਪੂਰਾ 360 ਡਿਗਰੀ ਘੁੰਮ ਸਕਦੇ ਹੋ, ਆਪਣੇ ਪਿੱਛੇ ਵੀ ਦੇਖ ਸਕਦੇ
ਸਕਦੇ ਹੋ। ਫਿਰ ਤੁਸੀਂ ਟੱਚ ਤੇ ਫੀਲ ਜਿਵੇਂ ਆਪਣੀ ਆਮ ਦੁਨੀਆ ਉਸ ਤਰ੍ਹਾਂ ਤਾਂ ਨਹੀਂ ਕਰ ਸਕਦੇ, ਪਰ ਉਸ ਚੀਜ਼ ਨੂੰ ਮਹਿਸੂਸ ਬਹੁਤ ਹੀ ਵੱਡੇ ਪੱਧਰ ਤੇ ਕਰ ਸਕਦੇ ਹੋ ਤੁਸੀਂ। ਤੇ ਜਿਹੜੀਆਂ ਇਹ ਐਨਕਾਂ ਨੇ, ਆਕਿਊਲਸ ਗੋਗਲਸ ਫॉर ਐਗਜ਼ਾਮਪਲ ਬਹੁਤ ਹੀ ਜ਼ਿਆਦਾ ਪੋਪੂਲਰ ਆ, ਉਹਨਾਂ ਦੀ ਹਲੇ ਬਹੁਤੀ ਜ਼ਿਆਦਾ ਅਡੋਪਸ਼ਨ ਨਹੀਂ ਹੋਈ ਕਿਉਂਕਿ ਕਈ ਹਲੇ ਭਾਰੀਆਂ ਨੇ ਸਟਿਲ, ਜਾਂ ਉਹਨਾਂ ਦੀ ਕੀਮਤ ਬਹੁਤ ਜ਼ਿਆਦਾ, ਲੋਕੀ ਅਫੋਰਡ ਨਹੀਂ ਕਰ ਸਕਦੇ। ਪਰ ਜਿਉਂ-ਜਿਉਂ ਹੋਰ ਲੋਕੀ ਮੈਟਾਵਰਸ ਬਾਰੇ ਜਾਣਨਗੇ ਤੇ ਅਡੋਪਟ ਕਰਨਗੇ, ਇਹ ਟੈਕਨੋਲੋਜੀਜ਼ ਵੀ ਵਧੀਆ ਹੁੰਦੀਆਂ ਜਾਣਗੀਆਂ। ਅੱਛਾ, ਕਿਸੇ ਇਵੈਂਟ ਦੇ ਵਿੱਚ ਜੀ ਮੈਟਾਵਰਸ ਦੀ ਦੁਨੀਆ 'ਚ ਇਹ ਵੀ ਹੋ ਸਕਦਾ ਕਿ ਮੈਂ ਦੇਖ ਵੀ ਸਕਾਂ ਤੇ ਮੈਂ ਪਾਰਟਿਸਿਪੇਟ ਵੀ ਕਰਾਂ? ਜੀ ਬਿਲਕੁਲ। ਮੈਂ ਉੱਥੇ ਸਪੀਕਰ ਵੀ ਹੋਵਾਂ, ਲੈਟਸ ਸੇ ਇਕੱਠ ਹੋਇਆ ਜੀ, ਮੈਂ ਉਹਦੇ 'ਚ ਸਪੀਕਰ ਵੀ ਹੋਵਾਂ ਤੇ ਮੈਂ ਆਡੀਅנס ਵੀ ਬੈਠਾ ਦੇਖ ਸਕਾਂ, ਨੁਕਤਾਚੀਨੀ ਕਰ ਸਕਾਂ ਕਿ ਸਪੀਕਰ ਠੀਕ ਨਹੀਂ ਹੈ, ਜੀ। ਪਰ ਸਪੀਕਰ ਮੈਂ ਹੀ ਹੋਵਾਂ। ਸੋ ਹੁਣ ਤੱਕ ਜੇ ਤੁਸੀਂ ਹੈਕਰ ਨਹੀਂ ਹੈਗੇ ਤਾਂ ਮੈਟਾਵਰਸ ਦੇ ਵਿੱਚ ਤੁਹਾਡੀ ਇੱਕ ਹੀ ਪਰਸਨੈਲਿਟੀ ਹੋ ਸਕਦੀ ਆ। ਹੋ ਸਕਦਾ ਕਿ ਲੋਕੀ ਵੱਖਰੇ ਵੱਖਰੇ ਅਕਾਊਂਟ ਬਣਾਉਣ, ਪਰ ਅੱਗੇ ਜਾ ਕੇ ਜਿਵੇਂ ਸਟ੍ਰੀਮਲਾਈਨ ਹੁੰਦੀ ਹੈ, ਜਿਵੇਂ ਤੁਹਾਡਾ ਰੀਅਲ ਜ਼ਿੰਦਗੀ ਦੇ ਵਿੱਚ ਇੱਕ ਹੀ ਅਸਤਿਤਵ ਆ, ਤੁਸੀਂ ਵੱਖਰੇ ਵੱਖਰੇ ਲੋਕ ਨਹੀਂ ਬਣ ਸਕਦੇ, ਇੱਦਾਂ ਹੀ ਮੈਟਾਵਰਸ ਦੇ ਵਿੱਚ ਤੁਹਾਡੀ ਇੱਕ ਹੀ ਆਈਡੈਂਟਿਟੀ ਹੋਵੇਗੀ। ਪਰ ਜਿੱਥੇ ਤੁਸੀਂ ਕਹਿ ਰਹੇ ਹੋ ਕਿ ਵੱਖਰੇ ਵੱਖਰੇ ਨਜ਼ਰੀਏ, ਉਹ ਤੁਹਾਨੂੰ ਜ਼ਰੂਰ ਦੇਖਣ ਨੂੰ ਮਿਲ ਸਕਦੇ ਆ। ਤੁਸੀਂ ਆਪਣਾ ਕੈਮਰਾ ਜਾਂ ਵਿਊ ਤੁਸੀਂ ਸੈੱਟ ਕਰ ਸਕਦੇ ਹੋ ਵੀ ਜੇ ਤੁਸੀਂ ਕਿਸੇ ਸਟੇਜ ਤੋਂ ਬੋਲ ਰਹੇ ਹੋ, ਤੁਹਾਨੂੰ ਆਡੀਅנס ਵੀ ਦਿਖੇ, ਪਰ ਤੁਸੀਂ ਆਡੀਅנס ਦੇ ਪੱਖ ਤੋਂ ਵੀ ਦੇਖ ਸਕੋ ਵੀ ਤੁਸੀਂ ਕਿਸ ਤਰ੍ਹਾਂ ਲੱਗ ਰਹੇ ਹੋ। ਬਹੁਤ ਸਾਰੇ ਮੈਟਾਵਰਸ ਪਲੈਟਫਾਰਮਸ ਦੇ ਵਿੱਚ ਸੈਲਫੀ ਆਲਰੇਡੀ ਆ ਚੁੱਕੀ ਹੈ, ਤੁਸੀਂ ਸੈਲਫੀਜ਼ ਲੈ ਸਕਦੇ ਹੋ, ਫੋਟੋਆਂ ਲੈ ਸਕਦੇ ਹੋ। ਸੋ ਜਿਹੜੀਆਂ ਚੀਜ਼ਾਂ ਆਪਾਂ ਨੂੰ ਜ਼ਿੰਦਗੀ ਵਿੱਚ ਕਰਨ ਨੂੰ ਮਿਲਦੀਆਂ, ਪਰ ਤੁਹਾਡੀ ਆਈਡੈਂਟਿਟੀ ਇੱਕ ਹੀ ਹੋਵੇਗੀ। ਜੇ ਫਰਜ਼ ਕਰੋ ਇੱਕ ਬੰਦਾ ਦੋ ਆਈਡੈਂਟਿਟੀ, ਜਿਵੇਂ ਹੁਣ ਵੀ ਇੰਟਰਨੈਟ ਤੇ ਬਣਦੀਆਂ, ਹਾਂਜੀ, ਬਣਾ ਲੈਂਦਾ, ਤਾਂ ਫਿਰ ਉਹ ਆਡੀਅנס 'ਚ ਵੀ ਬੈਠ ਸਕੇਗਾ? ਜੀ ਬੈਠ ਤਾਂ ਸਕੇਗਾ, ਪਰ ਜਿੱਥੇ ਤੱਕ ਮੈਨੂੰ ਲੱਗਦਾ ਆ ਇਹ ਚੀਜ਼ ਰੈਗੂਲੇਟ ਹੋਵੇਗੀ। ਜਿਵੇਂ ਆਪਣੇ ਇੱਥੇ ਵੀ ਆਈਡੈਂਟਿਟੀ ਫਰਾਡ ਹੁੰਦਾ ਆ, ਮੈਟਾਵਰਸ ਦੇ ਵਿੱਚ ਵੀ ਆਈਡੈਂਟਿਟੀ ਫਰਾਡ ਵਗੈਰਾ ਤੇ ਹੋਰ ਜਿਹੜੀਆਂ ਲੀਗਲ ਚੀਜ਼ਾਂ ਨੇ, ਕਿਹਾ ਜਾ ਰਿਹਾ ਕਿ ਮੈਟਾਵਰਸ ਦੇ ਵਿੱਚ ਤਾਂ ਲਾਇਰ ਵੀ ਹੋਣਗੇ, ਕਿਉਂਕਿ ਰੈਗੂਲੇਟ ਕਰਨ ਲਈ ਕੁਛ ਨਾ ਕੁਛ ਤਾਂ ਚਾਹੀਦਾ, ਨਹੀਂ ਤਾਂ ਇੰਟਰਨੈਟ ਉੱਪਰ ਤਾਂ ਕੀ ਕੁਛ ਨਹੀਂ ਹੋ ਸਕਦਾ ਜੋ ਕਿ ਠੀਕ ਨਹੀਂ ਆ ਜਾਂ ਖਰਾਬ ਆ। ਸੋ ਪਰ ਇਹ ਇੰਟਰਨੈਟ ਦੇ ਪੈਰਲਲ ਇੱਕ ਹੋਰ ਚੀਜ਼ ਹੋਵੇਗੀ ਜਾਂ ਕਿ ਇੰਟਰਨੈਟ ਦੀ ਹੀ ਇੱਕ ਬ੍ਰਾਂਚ ਹੈ? ਸੋ ਇਹਨੂੰ ਆਪਾਂ ਇੰਟਰਨੈਟ ਦੀ ਇੱਕ ਐਕਸਟੈਂਸ਼ਨ ਕਹਿ ਸਕਦੇ ਹਾਂ। ਕਿਉਂਕਿ ਇੰਟਰਨੈਟ ਦੇ ਜ਼ਰੀਏ ਆਪਾਂ ਬਰਾਊਜ਼ ਕਰਦੇ ਹਾਂ ਕਿਸੇ ਚੀਜ਼ ਨੂੰ, ਆਪਾਂ ਟੈਬ ਖੋਲ੍ਹ ਲਈ, ਵੈਬਸਾਈਟ 'ਤੇ ਚਲੇ ਗਏ, ਬਰਾਊਜ਼ ਕਰ ਲਿਆ ਆਪਾਂ ਕਿ ਇੱਥੇ ਆ, ਚਲੋ ਮੈਂ ਦੇਖ ਰਿਹਾ। ਪਰ ਮੈਟਾਵਰਸ ਦੇ ਵਿੱਚੋਂ ਤੁਸੀਂ ਉਸਨੂੰ ਤੁਸੀਂ ਬਰਾਊਜ਼ ਨਹੀਂ ਕਰ ਰਹੇ, ਤੁਸੀਂ ਰਹਿ ਰਹੇ ਹੋ ਉਹਦੇ ਵਿੱਚ। ਜਿਵੇਂ ਹੁਣ ਆਪਣੀ ਇਹ ਦੁਨੀਆ ਆ, ਜੇ ਤੁਸੀਂ ਸੋਚੋ ਕਿ ਇਹ ਸਿਰਫ ਐਨਕਾਂ ਨਾਲ ਹੀ ਚੱਲ ਰਹੀ, ਤੁਸੀਂ ਐਨਕਾਂ ਲਾਤੀਆਂ, ਇਹਨੇ ਤੁਹਾਨੂੰ ਨਹੀਂ ਦਿਖਣਾ, ਪਰ ਤੁਸੀਂ ਬਰਾਊਜ਼ ਕਰ ਰਹੇ ਸੀ ਦੁਨੀਆ ਨਹੀਂ, ਤੁਸੀਂ ਐਕਚੁਅਲੀ ਹੱਥ ਲਾ ਕੇ ਫੀਲ ਕਰ ਰਹੇ ਸੀ, ਤੁਸੀਂ ਇੱਥੇ ਚੀਜ਼ਾਂ ਖਰੀਦੀਆਂ ਹੋਈਆਂ ਨੇ। ਹੋ ਸਕਦਾ ਤੁਹਾਡੇ ਕਰਜ਼ੇ ਆ, ਉਹ ਕਰਜ਼ੇ ਵੀ ਹੋ ਸਕਦੇ ਆ ਮੈਟਾਵਰਸ ਦੇ ਵਿੱਚ। ਸੋ ਇਹਦਾ ਇਸ ਲਈ ਇੰਟਰਨੈਟ ਤੋਂ ਡਿਫਰੈਂਸ਼ੀਏਸ਼ਨ ਇੱਕ ਹੈਗੀ ਆ ਕਿ ਤੁਸੀਂ ਰਹਿ ਰਹੇ ਹੋ ਇਹਦੇ ਵਿੱਚ। ਅਤੇ ਜਿਵੇਂ ਇੰਟਰਨੈਟ ਨੂੰ ਵੀ ਸਮਝਣ ਲਈ ਆਪਾਂ ਇੱਦਾਂ ਨਹੀਂ ਕਹਿ ਦਾਂਗੇ ਕਿ ਗੂਗਲ ਹੀ ਪੂਰਾ ਇੰਟਰਨੈਟ ਆ, ਗੂਗਲ ਸਿਰਫ ਇੱਕ ਹਿੱਸਾ ਆ ਇੰਟਰਨੈਟ ਦਾ। ਐਵੇਂ ਜਿਹੜਾ ਮੈਟਾਵਰਸ ਆ ਇੱਕ ਬਹੁਤ ਵੱਡੀ ਚੀਜ਼ ਆ, ਅਤੇ ਜਿਹੜੇ ਵੱਖਰੀ ਵੱਖਰੀ ਆਪਾਂ ਚੀਜ਼ਾਂ ਸੁਣਨ ਨੂੰ ਮਿਲਦੀਆਂ, ਜਿਵੇਂ ਕਿ ਰੋਬਲੌਕਸ ਹੋ ਗਏ ਜਾਂ ਸੈਂਡਬਾਕਸ ਬਾਰੇ ਗੱਲ ਕੀਤੀ ਸੀਗੀ, ਇਹ ਜਿਹੜੇ ਬ੍ਰਾਂਡਸ ਆ ਅਤੇ ਜਿਹੜੀਆਂ ਵਰਲਡਸ ਨੇ, ਦੁਨੀਆ ਇੰਟਰਨੈਟ ਉੱਪਰ ਰਹਿੰਦੀਆਂ ਨੇ ਵੱਖਰੀਆਂ ਵੱਖਰੀਆਂ, ਇਹ ਸਿਰਫ ਉਹਨਾਂ ਦਾ ਇੱਕ ਭਾਗ ਆ। ਜਿਹੜੀ ਤੁਸੀਂ ਪਹਿਲਾਂ ਮਿਸਾਲ ਦਿੱਤੀ ਸੀ, ਮੇਰੇ ਖਿਆਲ ਉਹ ਜ਼ਿਆਦਾ ਕਨਵਿੰਸਿੰਗ ਆ ਜੀ। ਮੈਟਾਵਰਸ ਬਿਲਕੁਲ ਉਸੇ ਤਰ੍ਹਾਂ ਹੋਏਗੀ ਜਿਵੇਂ ਅਸੀਂ ਆਹ ਦੁਨੀਆ ਦੇ ਵਿੱਚ ਪਾਰਟੀਸਪੇਟ ਕਰ ਰਹੇ ਹਾਂ ਜੀ, ਇਹ 'ਚ ਡਰਾਈਵ ਕਰ ਰਹੇ ਹਾਂ, ਚੀਜ਼ਾਂ ਖਰੀਦ ਰਹੇ ਹਾਂ, ਆ ਜਾ ਰਹੇ ਹਾਂ, ਇੰਜੋਏ ਕਰ ਰਹੇ ਹਾਂ, ਖਾ ਪੀ ਰਹੇ ਹਾਂ, ਸਾਰਾ ਕੁਛ ਕਰ ਰਹੇ ਹਾਂ ਜੀ। ਲੇਕਿਨ ਜਦੋਂ ਅਸੀਂ ਸੌਂ ਜਾਂਦੇ ਹਾਂ, ਸਾਡੇ ਲਈ ਤਾਂ ਸਾਰਾ ਸਿਸਟਮ ਬੰਦ ਹੋ ਜਾਂਦਾ ਜੀ, ਲੇਕਿਨ ਬਾਕੀ ਤਾਂ ਦੁਨੀਆ ਉਸੇ ਤਰ੍ਹਾਂ ਚੱਲਦੀ ਰਹਿੰਦੀ ਹੈ। ਬਿਲਕੁਲ। ਜਦੋਂ ਤੁਸੀਂ ਉੱਠ ਖੜ੍ਹਦੇ ਹੋ, ਫਿਰ ਤੁਸੀਂ ਦੁਨੀਆ ਜੁਆਇਨ ਕਰ ਲੈਂਦੇ ਹੋ। ਜੀ ਬਿਲਕੁਲ ਸਹੀ। ਜੇ ਤੁਸੀਂ ਜਾਗ ਪੈਂਦੇ ਹੋ, ਫਿਰ ਤੁਸੀਂ। ਸੋ ਇਸੇ ਤਰ੍ਹਾਂ ਹੀ ਮੈਟਾਵਰਸ ਜਿਹੜੀ ਆ, ਇੱਕ ਵੱਖਰੀ ਦੁਨੀਆ ਹੋਏਗੀ। ਜਦੋਂ ਤੁਸੀਂ ਪਾਰਟੀਸਪੇਟ ਕਰ ਰਹੇ ਹੋ ਤਾਂ ਸੱਚੀ ਪਾਰਟੀਸਪੇਟ ਕਰੋਗੇ, ਜਦੋਂ ਤੁਸੀਂ ਸੌਂ ਗਏ ਜਾਂ ਗੋਗਲਸ ਲਾ ਦਿੱਤੀਆਂ ਜਾਂ ਉਹਦੇ 'ਚ ਨਿਕਲ ਗਏ ਤਾਂ ਉਹ ਉਸੇ ਤਰ੍ਹਾਂ ਹੀ ਚੱਲਦੀ ਰਹਿਣੀ ਹੈ। ਬਿਲਕੁਲ। ਜੇ ਕੋਈ ਮੈਟਾਵਰਸ ਦੇ ਵਿੱਚ ਹੁਣ ਵੀ ਬਹੁਤ ਸਾਰੇ ਕੌਂਸਰਟ ਹੁੰਦੇ ਨੇ, ਫੋਰ ਐਗਜ਼ਾਮਪਲ ਜਿਹੜੇ ਵੱਡੇ ਵੱਡੇ ਆਰਟਿਸਟਸ ਆ, ਹਾਲੀਵੁੱਡ ਸਿੰਗਰਸ, ਵੈਸਟਰਨ ਸਿੰਗਰਸ, ਉਹ ਕੌਂਸਰਟ ਕਰਦੇ ਆ ਮੈਟਾਵਰਸ ਦੇ ਵਿੱਚ। ਜੇ ਤੁਸੀਂ ਉਸ ਟਾਈਮ ਨਹੀਂ ਜਾਗੇ ਅਤੇ ਤੁਸੀਂ ਅਟੈਂਡ ਨਹੀਂ ਕੀਤਾ ਕੌਂਸਰਟ, ਤੁਸੀਂ ਉਹ ਮਿਸ ਕਰ ਦੇਣਾ ਆ, ਕਿਉਂਕਿ ਜਿਵੇਂ ਤੁਸੀਂ ਕਿਹਾ ਉਹ ਦੁਨੀਆ ਚੱਲ ਰਹੀ ਆ ਆਪਣੇ ਪੂਰੇ ਟਾਈਮ 'ਤੇ। ਅਤੇ ਬਹੁਤ ਸਾਰੇ ਜਿਹੜੇ ਆਰਟਿਸਟਸ ਆ, ਮਿਸਟਰ ਥਿੰਦ, ਜਿਵੇਂ ਕਿ ਸਨੂਪ ਡੌਗ ਨੂੰ ਸਾਰੇ ਜਾਣਦੇ ਹੋਣੇ ਆ, ਉਹਨਾਂ ਨੇ ਵੀ ਮੈਟਾਵਰਸ ਦੇ ਰੀਅਲ ਅਸਟੇਟ ਦੇ ਵਿੱਚ ਇਨਵੈਸਟ ਕੀਤਾ ਹੋਇਆ।
ਸੋ ਇਹ ਕੋਈ ਅਜਿਹੀ ਚੀਜ਼ ਨਹੀਂ ਜਿਹੜੀ 15-20 ਸਾਲ ਦੇ ਕਰ ਰਹੇ ਆ ਜਾਂ ਨਿੱਕੇ 12 ਸਾਲ ਦੇ ਨਿਆਣੇ ਕਰ ਰਹੇ ਆ। ਦਿਸ ਇਜ਼ ਰੇਂਜਿੰਗ ਫਰੋਮ ਛੋਟੇ ਬੱਚੇ ਤੋਂ ਲੈ ਕੇ ਹੁਣ ਜਿਹੜੇ ਕਾਫੀ ਵੱਡੀਆਂ ਜਨਰੇਸ਼ਨਸ ਦੇ ਲੋਕੀ ਆ ਅਤੇ ਮੰਨੇ ਪ੍ਰਮੰਨੇ ਲੋਕੀ ਆ ਉਹ ਇਹਦੇ ਵਿੱਚ ਪਾਰਟੀਸਪੇਟ ਕਰ ਰਹੇ ਆ। ਪਰ ਮੈਂ ਇਹ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੇ ਯੰਗ ਬੱਚੇ ਆ ਉਹ ਜ਼ਿਆਦਾ ਜਾਣਦੇ ਆ ਇਸ ਦੇ ਬਾਰੇ, ਕਿਉਂਕਿ ਉਹ ਇਹਦੇ ਨਾਲ ਵੱਡੇ ਹੋ ਰਹੇ ਆ। ਜਿਵੇਂ ਮੈਂ ਹੁਣ ਐਮਾਜ਼ੋਨ ਤੋਂ ਕੋਈ ਚੀਜ਼ਾਂ ਖਰੀਦ ਸਕਦਾ ਜੀ, ਇਸੇ ਤਰ੍ਹਾਂ ਜਿਹੜੀ ਮੈਟਾਵਰਸ ਆ ਇਹ ਵੀ ਚੀਜ਼ਾਂ ਇਸ ਤਰ੍ਹਾਂ ਵੇਚਦੇ ਆ? ਜੀ ਬਿਲਕੁਲ। ਅਤੇ ਮੈਟਾਵਰਸ ਦੇ ਵਿੱਚ ਇੱਕ ਬਹੁਤ ਵਿਲੱਖਣ ਗੱਲ ਇਹ ਆ ਕਿ ਤੁਸੀਂ ਅਜਿਹੀਆਂ ਚੀਜ਼ਾਂ ਤੁਹਾਨੂੰ ਉੱਥੇ ਦੇਖਣ ਨੂੰ ਮਿਲ ਸਕਦੀਆਂ ਜੋ ਬ੍ਰੈਂਡਸ ਤਾਂ ਤੁਸੀਂ ਦੇਖਦੇ ਹੋ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ, ਪਰ ਉਹ ਚੀਜ਼ਾਂ ਸਿਰਫ ਮੈਟਾਵਰਸ 'ਤੇ ਹੀ ਅਵੇਲੇਬਲ ਆ। ਬਹੁਤ ਸਾਰੇ ਜਿਹੜੇ ਬ੍ਰੈਂਡਸ ਆ ਉਹ ਜਿਵੇਂ ਫੋਰ ਐਗਜ਼ਾਮਪਲ ਗੁੱਚੀ ਆ, ਉਹ ਪਰਸ ਜਾਂ ਫਿਰ ਕੱਪੜੇ ਵੇਚ ਰਹੇ ਆ ਮੈਟਾਵਰਸ ਉੱਪਰ, ਜਿਹੜੇ ਕਿ ਤੁਸੀਂ ਸੇਮ ਕਲਰਸ ਦੇ ਵਿੱਚ, ਸੇਮ ਸਟਾਈਲਸ ਦੇ ਵਿੱਚ ਪਾਓਗੇ ਜਿਹੜੇ ਸਾਨੂੰ ਰੀਅਲ ਲਾਈਫ ਦੇ ਵਿੱਚ ਦੇਖਣ ਨੂੰ ਮਿਲਦੇ ਆ, ਪਰ ਉਹਨਾਂ ਦੀ ਮੈਟਾਵਰਸ ਲਈ ਅਲੱਗ ਕਲੈਕਸ਼ਨ ਆ। ਜਾਂ ਉਹ ਕੋਈ ਲਾਂਚ ਕਰਦੇ ਆ ਜਿਹੜਾ ਕਿ ਯੂਨੀਕ ਹੁੰਦਾ ਆ ਸਿਰਫ ਮੈਟਾਵਰਸ ਦੇ ਲਈ, ਤੁਹਾਨੂੰ ਮੈਟਾਵਰਸ ਉੱਪਰ ਹੋਣਾ ਹੀ ਪੈਣਾ ਉਸ ਲਾਂਚ ਦੇ ਲਈ। ਅਤੇ ਜੇ ਤੁਸੀਂ ਪੈਸੇ ਦੇ ਕੇ ਜਾਂ ਜਿਹੜੀ ਵੀ ਕ੍ਰਿਪਟੋ ਕਰੰਸੀ ਆ ਉਸਨੂੰ ਦੇ ਕੇ ਤੁਸੀਂ ਉਹਨਾਂ ਦੇ ਪ੍ਰਾਇਓਰਿਟੀ ਕਸਟਮਰ ਬਣਦੇ ਹੋ, ਤਾਂ ਮੈਟਾਵਰਸ ਦੇ ਵਿੱਚ ਸਭ ਤੋਂ ਪਹਿਲਾਂ ਉਸ ਲਾਂਚ ਬਾਰੇ ਤੁਹਾਨੂੰ ਦੱਸਦੇ ਆ। ਅਤੇ ਸਿਰਫ ਗੁੱਚੀ ਹੀ ਨਹੀਂ, ਗੁੱਚੀ ਤੋਂ ਇਲਾਵਾ ਸੈਮਸੰਗ, ਟੋਮੀ ਹਿਲਫਿਗਰ, ਨਾਈਕੀ, ਜ਼ਾਰਾ, ਅਡੀਡਸ, ਜਿਹੜੇ ਬਹੁਤ ਵੱਡੇ ਬ੍ਰੈਂਡ ਆ ਆਲਰੇਡੀ ਜੁਆਇਨ ਕਰ ਚੁੱਕੇ ਆ ਅਤੇ ਇਹ ਚੀਜ਼ਾਂ ਬਣਾ ਰਹੇ ਆ ਮੈਟਾਵਰਸ ਦੇ ਵਿੱਚ ਅਤੇ ਵੇਚ ਰਹੇ ਆ। ਈਵਨ ਵੈਂਡੀਜ਼ ਇੱਕ 버ਗਰ ਜੁਆਇੰਟ ਆ। ਹੁਣ ਤੁਸੀਂ ਸੋਚੋਗੇ ਕਿ ਬੰਦਾ ਖਾ ਤਾਂ ਨਹੀਂ ਸਕਦਾ ਮੈਟਾਵਰਸ ਦੇ ਵਿੱਚ, ਖਾਊਗਾ ਕਿਵੇਂ? ਪਰ ਵੈਂਡੀਜ਼ ਨੇ ਵੀ ਆਪਣਾ ਪੂਰਾ ਅਮਿਊਜ਼ਮੈਂਟ ਪਾਰਕ ਸਟਾਈਲ ਦੁਨੀਆ ਬਣਾਈ ਹੋਈ ਆ ਮੈਟਾਵਰਸ ਦੇ ਵਿੱਚ, ਅਤੇ ਉੱਥੇ ਤੁਸੀਂ ਐਕਚੁਅਲੀ ਖਰੀਦ ਸਕਦੇ ਹੋ 버ਗਰਸ, ਮਿਲਕ ਸ਼ੇਕਸ ਵਗੈਰਾ। ਫਿਰ ਤੁਸੀਂ ਖਾਓਗੇ ਕਿਵੇਂ? ਉਹ ਤੁਸੀਂ ਵਰਚੁਅਲੀ ਖਾਓਗੇ, ਤੁਹਾਨੂੰ ਟੇਸਟ ਨਹੀਂ ਮਿਲੂਗਾ, ਉਹਦੇ ਨਾਲ ਨਿਊਟ੍ਰੀਸ਼ਨ ਨਹੀਂ ਮਿਲੂਗੀ, ਪਰ ਇਹ ਵੀ ਚੀਜ਼ ਹੈਗੀ ਆ ਮੈਟਾਵਰਸ ਦੇ ਵਿੱਚ। ਸੋ ਇਹ ਸਾਰੇ ਜਿਹੜੇ ਬ੍ਰੈਂਡ ਆ ਇਹ ਇਹਨਾਂ ਚੀਜ਼ਾਂ ਨੂੰ ਵੇਚਦੇ ਆ ਐਜ਼ NFTs। NFTs ਹੁੰਦੀ ਆ ਕੋਈ ਅਜਿਹੀ ਚੀਜ਼ ਜਿਹੜੀ ਮੈਟਾਵਰਸ ਦੇ ਵਿੱਚ ਸਿਰਫ ਤੁਹਾਡੇ ਕੋਲ ਹੀ ਆ, ਉਹਦੀ ਕੋਈ ਹੋਰ ਕਾਪੀ ਨਹੀਂ ਗੀ। ਸੋ ਤੁਸੀਂ ਸੋਚ ਸਕਦੇ ਹੋ ਕਿ ਕਈ NFTs ਬਹੁਤ ਹੀ ਜ਼ਿਆਦਾ ਮਹਿੰਗੀਆਂ ਹੋਣਗੀਆਂ ਜੇ ਸਿਰਫ ਮੇਰੇ ਕੋਲ ਹੀ ਆ ਗੁੱਚੀ ਦੀ ਚੀਜ਼, ਅਤੇ ਗੁੱਚੀ ਦੀ ਜਿਹੜੀ ਵੈਲਿਊ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਆ। 5 ਸਾਲ ਬਾਅਦ ਜਿਹੜੀ ਚੀਜ਼ ਮੈਂ ਮੇਬੀ $1000 ਦੀ ਖਰੀਦੀ ਹੋਊਗੀ, ਮੈਨੂੰ 20,000 ਦਾ ਪ੍ਰੋਫਿਟ ਹੋ ਸਕਦਾ ਅੱਗੇ ਜਾ ਕੇ। ਪਰ ਜੇ ਮੈਂ ਚਾਹਾਂ ਕਿ ਜਿਹੜੀ ਮੈਂ ਗੁੱਚੀ ਦਾ ਪਰਸ ਉੱਥੋਂ ਖਰੀਦਿਆ ਜੀ ਉਹ ਮੇਰੇ ਹੱਥ 'ਚ ਹੋਵੇ, ਫਿਰ ਤੁਹਾਨੂੰ ਆਪਣੀਆਂ ਐਨਕਾਂ ਲਾ ਕੇ ਅਸਲ ਜ਼ਿੰਦਗੀ ਵਿੱਚ ਆਉਣਾ ਪਵੇਗਾ। ਹੱਥ ਵਿੱਚ ਨਹੀਂ ਹਲੇ ਫੜ ਸਕਦੇ। ਜਿਹੜੀ ਇਨਵੈਸਟਮੈਂਟਸ ਤਾਂ ਉੱਥੇ ਹੋ ਸਕੇਗੀ ਜੀ, ਲੇਕਿਨ ਇੰਟਰਨੈਟ ਫਿਰ ਆਬਸੋਲੀਟ ਹੋ ਜਾਏਗਾ? ਜੀ ਬਿਲਕੁਲ ਨਹੀਂ। ਇੰਟਰਨੈਟ ਦੀ ਜ਼ਰੂਰਤ ਹੈ ਮੈਟਾਵਰਸ ਨੂੰ। ਜਿਹੜੇ ਸਰਵਰਸ ਨੇ ਸਾਰਾ ਡੇਟਾ ਉਹਨਾਂ ਉੱਪਰ ਹੀ ਪਿਆ ਅਤੇ ਉਸ ਦੇ ਜ਼ਰੀਏ ਹੀ ਮੈਟਾਵਰਸ ਚੱਲੇਗਾ। ਪਰ ਹੋ ਸਕਦਾ ਕਿ ਹੁਣ ਜਿਵੇਂ ਸਾਨੂੰ ਫੇਸਬੁੱਕ ਉੱਪਰ ਇੱਕ ਦੂਜੇ ਦੀਆਂ ਅਪਡੇਟਸ ਮਿਲਦੀਆਂ ਨੇ ਜਾਂ ਵਟਸਐਪ, ਇਹ ਜਿਹੜੇ ਕਮਿਊਨੀਕੇਸ਼ਨ ਦੇ ਸਾਧਨ ਨੇ, ਹੋ ਸਕਦਾ ਹੈ ਅੱਗੇ ਜਾ ਕੇ ਬਦਲ ਜਾਣ। ਜੇ ਤੁਸੀਂ ਕਿਸੇ ਨੂੰ ਮਿਲਣਾ ਹੋਵੇ, ਮੀਟਿੰਗ ਮੇਰੀ ਜਿਹੜੀ ਕੰਪਨੀ ਆ, ਕਈ ਵਾਰੀ ਅਸੀਂ ਮੀਟਿੰਗਸ ਕਰਦੇ ਹਾਂ ਮੈਟਾਵਰਸ ਦੇ ਵਿੱਚ, ਅਤੇ ਜੀ ਹਾਂ ਆਲਰੇਡੀ। ਅਤੇ ਉਹਦੇ ਵਿੱਚ ਫੋਰ ਐਗਜ਼ਾਮਪਲ ਜੇ ਮੇਰਾ ਕੋਲੀਗ ਆ ਕੋਈ, ਉਹਨੇ ਕਹਿਣਾ ਕਿ ਮੇਰੇ ਘਰ ਆ ਜਾਓ, ਅੱਜ ਮੇਰੇ ਘਰ ਮੀਟਿੰਗ ਕਰ ਲੈਂਦੇ ਹਾਂ। ਫਿਰ ਅਸੀਂ ਮੈਟਾਵਰਸ ਦੇ ਵਿੱਚ ਉਹਦੇ ਘਰ ਵਿੱਚ ਜਾਵਾਂਗੇ, ਫਿਰ ਸਾਰੇ ਆਲੇ ਦੁਆਲੇ ਘੁੰਮਦੇ ਨੇ ਉਹਦੇ ਘਰ ਵਿੱਚ, ਦੇਖਦੇ ਨੇ ਵੀ ਉਹਨੇ ਕੀ ਲਾਇਆ ਹੋਇਆ। ਅਤੇ ਜੇ ਕੋਈ ਗੱਲ ਕਰ ਰਿਹਾ ਫਿਰ ਮੈਂ ਟਾਈਪ ਕਰਕੇ ਨਹੀਂ ਗੱਲ ਕਰ ਰਹੀ, ਮੈਂ ਮਾਈਕ ਦੇ ਜ਼ਰੀਏ ਹੀ ਗੱਲ ਕਰ ਰਹੀ ਹਾਂ ਆਪਣੇ ਘਰ ਦੇ ਵਿੱਚ ਬੈਠੀ। ਅਤੇ ਜੇ ਮੈਂ ਬੈਲਕਨੀ ਵੱਲ ਤੁਰ ਗਈ ਅਤੇ ਉਹ ਮੇਰਾ ਕੋਲੀਗ ਆਪਣੀ ਲਿਵਿੰਗ ਰੂਮ ਦੇ ਵਿੱਚ ਖੜ੍ਹਾ, ਤਾਂ ਮੇਰੀ ਆਵਾਜ਼ ਹੌਲੀ ਹੁੰਦੀ ਜਾਂਦੀ ਆ। ਜੇ ਮੈਂ ਦੂਸਰੇ ਪਾਸੇ ਤੁਰ ਕੇ ਜਾ ਰਹੀ ਹਾਂ, ਦੂਰ ਹੋ ਰਹੀ ਹਾਂ ਮੈਂ, ਅਤੇ ਜੇ ਮੈਂ ਮੂੰਹ ਪਾਸੇ ਕਰ ਲਿਆ ਤਾਂ ਮੇਰੀ ਆਵਾਜ਼ ਉਸੇ ਤਰ੍ਹਾਂ ਚੇਂਜ ਹੋ ਜਾਂਦੀ ਆ। ਮੇਰੀਆਂ ਅੱਖਾਂ ਵੀ ਉਸੇ ਤਰ੍ਹਾਂ ਮੂਵ ਹੁੰਦੀਆਂ ਨੇ। ਸੋ ਇਹ ਜਿਹੜੀ ਚੀਜ਼ ਆ ਬਹੁਤ ਹੀ ਜ਼ਿਆਦਾ ਐਡਵਾਂਸ ਹੋ ਰਹੀ ਆ। ਪਰ ਜਿਹੜਾ ਉਹ ਕੈਰੈਕਟਰ ਆ ਤੁਹਾਡਾ, ਹਾਂਜੀ, ਉਹਦੇ ਨੈਣ ਨਕਸ਼ ਵੀ ਤੁਹਾਡੇ ਵਰਗੇ ਹੀ ਨੇ? ਉਹ ਮੇਰੀ ਮਰਜ਼ੀ ਆ। ਹੁਣ ਇਹਦੇ ਸੋਚਣ ਦੇ 2 ਤਰੀਕੇ ਆ। ਜਾਂ ਤਾਂ ਮੈਂ ਕਹਿ ਸਕਦੀ ਹਾਂ ਕਿ ਮੈਂ ਜਿੱਦਾਂ ਦੀ ਹੈਗੀ ਹਾਂ, ਮੈਂ ਆਪਣੇ ਆਪ ਨੂੰ ਉਸੇ ਤਰ੍ਹਾਂ ਦਰਸਾਉਣਾ ਚਾਹੁੰਦੀ ਹਾਂ ਤਾਂ ਕਿ ਮੇਰਾ ਕੈਰੈਕਟਰ ਬਿਲਕੁਲ ਮੇਰੇ ਵਰਗਾ ਲੱਗੇ। ਪਰ ਹੁਣ ਮੈਂ ਫੋਰ ਐਗਜ਼ਾਮਪਲ ਆਪਣੇ ਬਾਲ ਕਲਰ ਕਰਨਾ ਚਾਹੁੰਦੀ ਸੀ ਪਿੰਕ, ਜਿਹੜਾ ਕਿ ਮੈਂ ਰੀਅਲ ਲਾਈਫ ਦੇ ਵਿੱਚ ਕਦੇ ਨਹੀਂ ਕਰੂੰਗੀ। ਸੋ ਮੈਂ ਸੋਚਿਆ ਕਿ ਮੈਟਾਵਰਸ ਦੇ ਜ਼ਰੀਏ ਜੀ ਲੈਂਦੇ ਹਾਂ। ਸੋ ਮੈਂ ਆਪਣੇ ਬਾਲਾਂ ਨੂੰ ਪਿੰਕ ਕਲਰ ਕਰ ਲਿਆ। ਅਤੇ ਇਸ ਤਰ੍ਹਾਂ ਕਈ ਲੋਕੀ ਜਿਵੇਂ ਚਾਹੁੰਦੇ ਹੋਣਗੇ ਜ਼ਿੰਦਗੀ ਵਿੱਚ ਕਰਨਾ, ਪਰ ਉਹ ਉਸ ਤਰ੍ਹਾਂ ਨਹੀਂ ਕਰ ਸਕਦੇ। ਉਹ ਥੋੜ੍ਹਾ ਐਕਸਪੈਰੀਮੈਂਟ ਕਰਨਾ ਚਾਹੁੰਦੇ ਆ, ਫਨ ਕਰਨਾ ਚਾਹੁੰਦੇ ਆ, ਉਹ ਆਪਣੇ ਕੈਰੈਕਟਰ ਜ਼ਰੀਏ ਕਰ ਸਕਦੇ ਆ।
ਤੇ ਕੋਈ ਕਮਿਟਮੈਂਟ ਨਹੀਂ, ਚੇਂਜ ਕਰ ਸਕਦੇ ਆ। ਲੋਕ ਮੀਟਿੰਗਸ ਤੁਹਾਡੇ ਨਾਲ ਜਾਂ ਤੁਹਾਡੇ ਨਾਲ ਡੀਲ ਕਰ ਰਹੇ ਨੇ ਜੀ, ਉਹ ਉੱਥੇ ਮੈਟਾਵਰਸ ਤੇ ਮਿਲਦੇ ਨੇ, ਤੁਹਾਨੂੰ ਐਕਚੁਅਲ ਲਾਈਫ 'ਚ ਨਹੀਂ ਮਿਲੇ। ਹਾਂਜੀ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗੇਗਾ ਕਿ ਤੁਸੀਂ ਕਿਹੜਾ ਕੈਰੈਕਟਰ। ਜੀ। ਸੋ ਤੁਸੀਂ ਆਪਣਾ ਕੈਰੈਕਟਰ ਜਿਹੋ ਜਿਹਾ ਮਰਜ਼ੀ ਬਣਾ ਸਕਦੇ ਹੋ। ਬਿਲਕੁਲ। ਫਨੀ ਚੀਜ਼ ਇਹ ਆ ਕਿ ਮੈਂ ਐਕਚੁਅਲੀ ਹੁਣ ਮੈਂ ਰੀਅਲਾਈਜ਼ ਕੀਤਾ, ਮੈਂ ਆਪਣੇ ਕੰਮ ਕਰਨ ਵਾਲੇ ਸਾਥੀਆਂ ਨੂੰ ਕਦੇ ਮਿਲੀ ਨਹੀਂ ਮੈਟਾਵਰਸ ਤੋਂ ਬਿਨਾਂ, ਕਿਉਂਕਿ ਮੈਂ ਆਨਲਾਈਨ ਕੰਮ ਕਰਦੀ ਹਾਂ। ਪਰ ਜੇ ਤਾਂ ਤੁਹਾਡੇ ਫਰੈਂਡਸ ਨੇ, ਤੁਹਾਨੂੰ ਜਾਣਦੇ ਨੇ, ਤੁਹਾਨੂੰ ਮਿਲੇ ਹੋਏ ਨੇ, ਫਿਰ ਵੀ ਹੋ ਸਕਦਾ ਕਿ ਉਹ ਤੁਹਾਨੂੰ ਨਾ ਪਛਾਣਨ ਮੈਟਾਵਰਸ ਦੇ ਵਿੱਚ। ਪਰ ਤੁਹਾਨੂੰ ਮਿਲਣ ਦੇ ਲਈ ਵੀ ਉਹਨਾਂ ਨੂੰ ਤੁਹਾਡਾ ਯੂਜ਼ਰ ਨੇਮ ਚਾਹੀਦਾ ਆ। ਸੋ ਤੁਸੀਂ ਉਹਨਾਂ ਨੂੰ ਦੱਸੋਗੇ ਕਿ ਮੇਰਾ ਯੂਜ਼ਰ ਨੇਮ ਇਹ ਆ, ਅਤੇ ਉਹ ਯੂਜ਼ਰ ਨੇਮ ਉੱਪਰ ਕਲਿੱਕ ਕਰਕੇ ਜੇ ਉਹ ਤੁਹਾਡੇ ਫਰੈਂਡਸ ਬਣੇ ਹੋਏ ਨੇ ਮੈਟਾਵਰਸ ਦੇ ਵਿੱਚ, ਤਾਂ ਉਹ ਤੁਹਾਨੂੰ ਲੋਕੇਟ ਕਰ ਸਕਦੇ ਆ ਵੀ ਤੁਸੀਂ ਕਿੱਥੇ ਹੋ। ਜੇ ਤੁਸੀਂ ਆਪਣੀ ਲੋਕੇਸ਼ਨ ਔਨ ਕੀਤੀ ਹੋਈ ਆ, ਤੁਹਾਨੂੰ ਲੱਭ ਸਕਦੇ ਆ। ਫਿਰ ਤੁਹਾਡੀ ਫੋਟੋ ਵੀ ਆਉਂਦੀ ਆ ਤੁਹਾਡੇ ਨਾਮ ਦੇ ਨਾਲ। ਸੋ ਹੋ ਸਕਦਾ ਕਿ ਜੇ ਤੁਸੀਂ ਆਮ ਫਿਰ ਰਹੇ ਹੋ, ਤੁਹਾਨੂੰ ਨਾ ਪਛਾਣਨ, ਪਰ ਤੁਹਾਡੇ ਫਰੈਂਡਸ ਬਣਨ ਦੇ ਲਈ ਉਹਨਾਂ ਕੋਲ ਤੁਹਾਡੀ ਪ੍ਰੋਫਾਈਲ ਚਲੇ ਜਾਵੇਗੀ ਅਤੇ ਫਿਰ ਉਹਨਾਂ ਨੂੰ ਪਤਾ ਹੋਵੇਗਾ ਵੀ ਤੁਸੀਂ ਕਿਵੇਂ ਦੇ ਦਿਸਦੇ ਹੋ। ਜੀ, ਦੈਟਸ ਵੈਰੀ ਇੰਟਰਸਟਿੰਗ। ਅੱਛਾ, ਤੁਸੀਂ ਦੱਸ ਰਹੇ ਸੀ ਵੀ ਪਹਿਲਾਂ ਇੰਟਰਨੈਟ ਦੀ ਮੁੱਢਲੀ ਫੇਜ਼ ਸੀ, ਫਿਰ ਸੈਕੰਡ ਥਰਡ ਫੇਜ਼ ਆ ਗਈ। ਹੁਣ ਜਿਹੜੀ G5 ਦੀ ਗੱਲ ਚੱਲ ਰਹੀ ਸੀ, ਇਹ ਮੈਟਾਵਰਸ ਨਾਲੋਂ ਕਿੰਨਾ ਕੁ ਡਿਫਰੈਂਟ ਹੈ, ਜਾਂ ਕਿ ਇਸ ਤੋਂ ਅਗਲਾ ਸਟੈਪ ਹੈ? ਜੀ। ਸੋ ਜਿਹੜਾ ਇੰਟਰਨੈਟ ਆ ਉਹ ਹੁਣ ਕਾਫੀ ਅੱਗੇ ਜਾ ਚੁੱਕਿਆ ਆ, ਅਡੋਪਸ਼ਨ ਫੇਜ਼ ਤੋਂ ਅੱਗੇ ਜਾ ਚੁੱਕਿਆ। ਪਰ ਜਿਹੜਾ ਮੈਟਾਵਰਸ ਆ ਉਹ ਹਲੇ ਅਡੋਪਸ਼ਨ ਫੇਜ਼ ਦੇ ਵਿੱਚ ਆ। ਲੋਕੀ ਉਸ ਨੂੰ ਅਡੋਪਟ ਕਰ ਰਹੇ ਨੇ। ਜੇ ਅਸੀਂ ਦੇਖੀਏ ਤਾਂ ਪਿਛਲੇ ਸਾਲ 80 ਮਿਲੀਅਨ ਯੂਜ਼ਰਸ ਦੇ ਅਰਾਊਂਡ ਸੀਗੇ, 80 ਮਿਲੀਅਨ ਯੂਜ਼ਰ, ਜੋ ਸੁਣਨ ਨੂੰ ਲੱਗਦਾ ਕਿ ਬਹੁਤ ਆ, ਪਰ ਇਦੋਂ ਕਿਤੇ ਜ਼ਿਆਦਾ ਹੋ ਸਕਦੇ ਆ। ਪਰ ਜਿਹੜਾ ਅੱਗੇ ਦੀ ਦੁਨੀਆ ਆ, 2023 ਤੱਕ 1.4 ਬਿਲੀਅਨ ਤੋਂ ਵੀ ਜ਼ਿਆਦਾ ਯੂਜ਼ਰ ਹੋ ਸਕਦੇ ਆ ਇੰਟਰਨੈਟ ਦੇ ਵਿੱਚ। ਸੌਰੀ, ਪਹਿਲਾਂ 80 ਮਿਲੀਅਨ ਯੂਜ਼ਰ ਸੀਗੇ 2021 ਦੇ ਵਿੱਚ, ਅਤੇ ਅੱਗੇ ਜਾ ਕੇ 1.4 ਬਿਲੀਅਨ ਦੇਖਣ ਨੂੰ ਮਿਲ ਸਕਦੇ ਆ। ਸੋ ਇਹੋ ਜਿਹੀ ਅਡੋਪਸ਼ਨ ਦੇ ਨਾਲ ਹੀ ਜਿਹੜਾ ਮੈਟਾਵਰਸ ਆ ਉਹ ਅਗਲੇ ਫੇਜ਼ ਦੇ ਵਿੱਚ ਜਾਵੇਗਾ। ਕਿਉਂਕਿ ਇੰਟਰਨੈਟ ਵੀ ਜਦੋਂ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ, ਪਹਿਲਾਂ ਸਾਰੇ ਟਾਈਪਿੰਗ ਕਰਕੇ ਹੀ ਖੁਸ਼ ਹੋਏ ਜਾਂਦੇ ਸੀਗੇ ਵੀ ਅਸੀਂ ਮਾਈਕਰੋਸਾਫਟ ਵਰਡ 'ਤੇ ਟਾਈਪਿੰਗ ਕਰ ਸਕਦੇ ਹਾਂ। ਅਤੇ ਹੁਣ ਮੇਰੇ ਵਰਗੇ ਲੋਕੀ ਮੈਟਾਵਰਸ ਦੇ ਵਿੱਚ ਮੀਟਿੰਗ ਕਰਕੇ ਖੁਸ਼ ਹੋਈ ਜਾਂਦੇ ਆ। ਪਰ ਮੈਟਾਵਰਸ ਤਾਂ ਬਹੁਤ ਹੋਰ ਚੀਜ਼ਾਂ ਕਰਨ ਜੋਗਾ ਹੈਗਾ। ਔਰ ਮੈਂ ਇਹ ਵੀ ਸੁਣਿਆ ਵੀ ਤੋਂ ਬਾਅਦ ਮੈਂ ਹੋਰ ਜਿਹੜੇ ਯੰਗ ਮੁੰਡੇ ਕੁੜੀਆਂ ਨੂੰ ਡਿਸਕਸ ਕੀਤਾ ਜੀ, ਉਹ ਕਹਿੰਦੇ ਵੀ ਹੁਣ ਸਕਰੀਨ ਦੇ ਵਿੱਚ ਵੀ ਸੈਂਸਿਟਿਵਿਟੀ ਆ ਜਾਣੀ ਹੈ। ਯੈਸ। ਜਿਹੜੇ ਹੁਣ ਮੀਟਿੰਗ ਕਰਨਗੇ, ਫਰਜ਼ ਕਰੋ ਮੈਟਾਵਰਸ ਦੇ ਵਿੱਚ ਤੁਸੀਂ ਕਿਸੇ ਦੇ ਘਰ ਚਲੇ ਗਏ ਜੀ, ਉੱਥੇ ਮੀਟਿੰਗ ਕਰ ਰਹੇ ਹੋ, ਜੇ ਹੱਥ ਮਿਲਾਉਂਦੇ ਹੋ ਹਾਂਜੀ, ਤਾਂ ਤੁਸੀਂ ਜਿਹੜਾ ਫਲੈਸ਼ ਟੂ ਫਲੈਸ਼ ਫੀਲ ਮਹਿਸੂਸ ਕਰ ਸਕੋਗੇ। ਇਹ ਗੱਲ ਠੀਕ ਹੈ ਜੀ। ਟੈਕਨੋਲੋਜੀ ਬਹੁਤ ਐਡਵਾਂਸ ਹੁੰਦੀ ਜਾ ਰਹੀ ਆ। ਹੋ ਸਕਦਾ ਕਿ ਅਜਿਹਾ ਕੋਈ ਗਲਵ ਆਵੇ ਜਾਂ ਕੋਈ ਸੈਂਸਰਸ ਹੋਣ। ਜਿਵੇਂ ਪਹਿਲਾਂ ਨਹੀਂ ਹੁੰਦਾ ਸੀ ਕਿ ਅਸੀਂ ਫਲਿੱਪ ਫੋਨ ਯੂਜ਼ ਕਰਦੇ ਸੀਗੇ, ਬੜਾ ਵੱਡਾ ਹੁੰਦਾ ਸੀਗਾ, ਅਤੇ ਫਿਰ ਟੱਚ ਸਕਰੀਨ ਫੋਨਸ ਆ ਗਏ। ਅੱਗੇ ਜਾ ਕੇ ਹੋ ਸਕਦਾ ਕਿ ਆਪਾਂ ਨੂੰ ਕਿਸੇ ਚੀਜ਼ ਨੂੰ ਫੜਨ ਦੀ ਵੀ ਨਾ ਲੋੜ ਪਵੇ। ਕੋਈ ਅਜਿਹੀ ਚੀਜ਼ ਹੋਵੇ, ਕੋਈ ਚਿਪ ਹੋਵੇ, ਜਾਂ ਕੋਈ ਨਿੱਕਾ ਜਿਹਾ ਯੰਤਰ ਹੋਵੇ ਜਿਹੜਾ ਆਪਣੇ ਉੱਪਰ ਲੱਗ ਜਾਵੇ ਅਤੇ ਆਪਾਂ ਨੂੰ ਫੀਲ ਆਵੇ। ਕਿਉਂਕਿ ਆਲਰੇਡੀ ਜਿਹੜੀਆਂ ਅੱਖਾਂ ਦੀ ਮੂਵਮੈਂਟ ਆ ਅਤੇ ਫੇਸ਼ੀਅਲ ਕਿਊਜ਼ ਆ, ਤੁਸੀਂ ਦੁਖੀ ਹੋ, ਉਦਾਸ ਹੋ ਕਿ ਤੁਸੀਂ ਖੁਸ਼ ਹੋ, ਉਹ ਤਾਂ ਰੈਕਗਨਾਈਜ਼ ਹੋਣਾ ਸ਼ੁਰੂ ਹੋ ਚੁੱਕੇ ਆ। ਸੋ ਜਿਹੜੀ ਫਲੈਸ਼ ਟੂ ਫਲੈਸ਼ ਫੀਲ ਆ, ਇਸ ਨੂੰ ਸਿਮੂਲੇਟ ਕਰਦੀ, ਮਤਲਬ ਇਸ ਦੇ ਨਾਲ ਮੇਲ ਖਾਂਦੀ ਕੋਈ ਚੀਜ਼ ਆ ਸਕਦੀ ਆ, ਪਰ ਉਹ 100% ਫੀਲ ਤਾਂ ਨਹੀਂ ਮਿਲੂਗੀ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਹੁਣ ਤੱਕ ਇਹ ਲੱਗ ਰਿਹਾ ਕਿ 100% ਨਹੀਂ ਉਹ ਚੀਜ਼ ਮਿਲ ਸਕਦੀ, ਪਰ ਮੇਲ ਖਾਂਦੀ ਜ਼ਰੂਰ ਮਿਲ ਸਕਦੀ ਹੈ। ਇੰਟਰਸਟਿੰਗ। ਅਤੇ ਹੋਰ ਸਾਨੂੰ ਕੀ ਦੱਸ ਸਕਦੇ ਹੋ ਅਖੀਰ 'ਚ ਇਹਦੇ ਬਾਰੇ 'ਚ? ਅਖੀਰ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਮੈਟਾਵਰਸ ਆ ਉਹ ਦੁਨੀਆ ਨੂੰ ਬਦਲ ਵੀ ਸਕਦਾ, ਹੋਰ ਬਿਹਤਰ ਵੀ ਬਣਾ ਸਕਦਾ। ਸਾਨੂੰ ਸਮਝਣ ਦੀ ਹੁਣ ਇਹ ਲੋੜ ਆ ਕਿ ਜਿਹੜੇ ਸਾਡੇ ਬੱਚੇ ਵੱਡੇ ਹੋ ਰਹੇ ਨੇ, ਉਹ ਇਸ ਚੀਜ਼ ਦੇ ਵਿੱਚ ਹੀ ਵੱਡੇ ਹੋ ਰਹੇ ਆ। ਜਿਹੜੇ ਜਨਰੇਸ਼ਨ Z ਦੇ ਬੱਚੇ ਨੇ, ਉਹ ਬੱਚੇ ਜਿਹੜੇ ਕਿ 1997 ਤੋਂ ਲੈ ਕੇ 2012 ਵਿੱਚ ਜੰਮੇ ਆ, ਉਹਨਾਂ ਵਿੱਚੋਂ ਆਲਰੇਡੀ 33% ਬੱਚਿਆਂ ਨੇ ਜਾਂ 33% ਅਡਲਟਸ ਨੇ ਇਨਵੈਸਟ ਕਰ ਚੁੱਕੇ ਆ ਉਹ ਡਿਜੀਟਲ ਕਲੋਥਿੰਗ ਦੇ ਵਿੱਚ, ਡਿਜੀਟਲ ਕੱਪੜਿਆਂ ਦੇ ਵਿੱਚ। ਉਹ ਕੱਪੜੇ ਜੋ ਕਿ ਉਹ ਆਪਣੇ ਅਲਮਾਰੀਆਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਨਹੀਂ ਰੱਖਦੇ, ਪਰ ਆਪਣੀ ਸਕਰੀਨ ਦੇ ਪਿੱਛੇ ਰੱਖਦੇ ਆ ਅਤੇ ਉਹਨਾਂ ਦੇ ਐਵਟਾਰ ਉਹ ਕੱਪੜੇ ਪਾਉਂਦੇ ਨੇ। ਸੋ ਜੇ 33% ਜਨਰੇਸ਼ਨ Z ਦੇ ਬੱਚੇ ਹੁਣੀ ਅਡੋਪਸ਼ਨ ਤੋਂ ਪਹਿਲਾਂ ਹੀ ਮੈਟਾਵਰਸ ਦੇ ਵਿੱਚ ਇੰਨੀ ਖਰੀਦਦਾਰੀ ਕਰ ਰਹੇ ਆ, ਇੰਨੀ ਇਨਵੈਸਟਮੈਂਟਸ ਕਰ ਰਹੇ ਆ, ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਡੀ ਜਿਹੜੀ ਮਾਰਕੀਟਿੰਗ ਮੈਸੇਜਸ ਕਿੱਥੋਂ ਮਿਲਦੇ ਆ, ਅਸੀਂ ਕਿੱਦਾਂ ਖਰੀਦਦੇ ਹਾਂ, ਹੋ ਸਕਦਾ ਕਿ
ਤੁਸੀਂ ਆਪਣੇ ਬੱਚੇ ਨੂੰ ਜਿਸ ਸੀਰੀਅਲ ਬਾਕਸ ਵਿੱਚੋਂ ਸੀਰੀਅਲ ਪਾ ਰਹੇ ਹੋ ਉਹਦੇ ਵਿੱਚੋਂ 2 ਸਾਲ ਬਾਅਦ ਇੱਕ QR ਕੋਡ ਨਿਕਲੇ ਅਤੇ ਉਹ QR ਕੋਡ ਸਕੈਨ ਕਰਕੇ ਤੁਸੀਂ ਮੈਟਾਵਰਸ ਦੇ ਵਿੱਚ ਵੀ ਉਹੀ ਸੀਰੀਅਲ ਦਾ ਆਨੰਦ ਮਾਣ ਸਕੋ। ਸੋ ਜਿਹੜੇ ਇਹ ਖਰੀਦਣ ਦੇ ਜ਼ਰੀਏ ਆ ਅਤੇ ਈਵਨ ਕੰਸੰਪਸ਼ਨ ਦੇ ਤੁਸੀਂ ਕਿਵੇਂ ਚੀਜ਼ਾਂ ਨੂੰ ਖਾ ਰਹੇ ਹੋ ਬਿਨਾਂ ਖਾਏ ਤੋਂ ਉਹ ਵੀ ਚੀਜ਼ ਅੱਗੇ ਜਾ ਕੇ ਬਦਲ ਸਕਦੀ ਆ। ਸੋ ਇਸ ਦੇ ਨਾਲ ਅਸੀਂ ਪੂਰਾ ਸਤਰਕ ਲਈ ਰਹੀਏ ਇਸ ਮਾਮਲੇ ਦੇ ਵਿੱਚ ਅਤੇ ਇਹ ਵੀ ਜ਼ਹਿਨ ਦੇ ਵਿੱਚ ਰੱਖੀਏ ਕਿ ਜਸਟ ਬਿਕਾਜ਼ ਕੋਈ ਚੀਜ਼ ਇੰਟਰਨੈਟ ਦੇ ਵਿੱਚ ਆ ਜਾਂ ਮੈਟਾਵਰਸ ਦੇ ਵਿੱਚ ਆ, ਲੀਗਲ ਇੰਪਲੀਕੇਸ਼ਨਸ ਹਲੇ ਵੀ ਨੇ। ਅਸੀਂ ਕਿਸੇ ਨੂੰ ਕੁਝ ਗਲਤ ਨਹੀਂ ਬੋਲ ਸਕਦੇ, ਆਪਣੇ ਬੱਚਿਆਂ ਨੂੰ ਇਸ ਬਾਰੇ ਦੱਸੀਏ ਅਤੇ ਉਹਨਾਂ ਨਾਲ ਕਨਵਰਸੇਸ਼ਨ ਕਰੀਏ। ਅਸੀਂ ਕਾਨੂੰਨ ਨਹੀਂ ਤੋੜ ਸਕਦੇ, ਕਿਸੇ ਨੂੰ ਕੁਝ ਮੰਦਾ ਨਹੀਂ ਕਹਿ ਸਕਦੇ ਅਤੇ ਜਿਹੜੇ ਲਾਜ਼ ਆ ਉਹ ਪੂਰੇ ਰੈਗੂਲੇਟ ਹੋਣਗੇ ਅਤੇ ਮੈਟਾਵਰਸ ਵੀ ਰੈਗੂਲੇਟਡ ਹੋਵੇਗਾ ਅੱਗੇ ਜਾ ਕੇ। ਸੋ ਇਸ ਲਈ 100% ਕਈ ਵਾਰੀ ਪਾਰਟੀਸਪੇਸ਼ਨ ਕਰਨਾ ਔਖਾ ਹੁੰਦਾ ਆ ਸਾਡੇ ਮਾਪਿਆਂ ਲਈ, ਪਰ ਇਸ ਦੇ ਬਾਰੇ ਕੁਝ ਨਾ ਕੁਝ ਪੜ੍ਹਨਾ, ਕਿਤੇ ਕੁਝ ਸੁਣ ਲੈਣਾ ਜਾਂ ਆਪਣੇ ਬੱਚਿਆਂ ਨੂੰ ਵੀ ਪੁੱਛਣਾ, ਇਹ ਸਾਡੇ ਫਾਇਦੇ ਦੇ ਵਿੱਚ ਹੀ ਰਹੇਗਾ। ਕਿਉਂਕਿ ਹੁਣ ਤੱਕ ਤਾਂ ਫਿਕਰਮੰਦੀ ਇਹ ਸੀ ਨਾ ਕਿ ਇੰਟਰਨੈਟ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਬੱਚੇ ਨੂੰ ਕੋਈ ਬੁਲੀ ਨਾ ਕਰਦਾ ਹੋਵੇ। ਜੀ ਹੁਣ ਇੱਕ ਦੂਸਰੇ ਪਾਸੇ ਮੈਂ ਦੇਖਦਾ ਜਿੱਥੇ ਇਹ ਇੱਕ ਬਹੁਤ ਵੱਡਾ ਚਮਤਕਾਰ ਹੋਏਗਾ, ਦੂਜੇ ਪਾਸੇ ਇੱਕ ਹੋਰ ਟੂਲ ਆ ਗਿਆ ਜਿਹੜਾ ਬੱਚਿਆਂ ਨੂੰ ਇਨਫਲੂਐਂਸ ਕਰ ਸਕਦਾ ਕਿ ਮੈਟਾਵਰਸ 'ਤੇ ਤਾਂ ਕੋਈ ਤੰਗ ਨਹੀਂ ਕਰ ਰਿਹਾ ਕੋਈ। ਬਿਲਕੁਲ, ਅਤੇ ਮੈਟਾਵਰਸ ਤੋਂ ਤਾਂ ਹੋਰ ਵੀ ਤੁਸੀਂ ਪਿੱਛੇ ਰਹੋਗੇ ਕਿਉਂਕਿ ਤੁਹਾਡੀ ਕੋਈ ਪਾਰਟੀਸਪੇਸ਼ਨ ਹੀ ਨਹੀਂ, ਤੁਸੀਂ ਦੇਖ ਹੀ ਨਹੀਂ ਸਕਦੇ। ਹੋ ਸਕਦਾ ਕਿ ਬੱਚੇ ਦੇ ਅਕਾਊਂਟ ਵਿੱਚ ਨਾ ਲੌਗਇਨ ਤੁਸੀਂ ਕਰ ਸਕੋ, ਹੋ ਸਕਦਾ ਤੁਹਾਨੂੰ ਪਤਾ ਹੀ ਨਾ ਹੋਵੇ ਪ੍ਰੋਪਰਲੀ ਵੀ ਮੈਟਾਵਰਸ ਹੈ ਕੀ ਆ। ਸੋ ਇਹਦੇ ਇਹ ਵੀ ਕੁਛ ਡਿਸਐਡਵਾਂਟੇਜਸ ਨੇ ਅਤੇ ਆਪਣੇ ਘਰ ਦੇ ਵਿੱਚ ਤਾਂ ਇਹ ਦੂਰੀਆਂ ਲੈ ਕੇ ਆ ਹੀ ਸਕਦਾ ਦੂਸਰੇ ਬੱਚਿਆਂ ਦੇ ਨਾਲ ਜਾਂ ਆਪਣੇ ਫਰੈਂਡਸ ਐਂਡ ਫੈਮਲੀ ਦੇ ਨਾਲ। ਪਰ ਈਵਨ ਜੇ ਅਸੀਂ ਦੁਨੀਆ ਦੇ ਪੱਧਰ 'ਤੇ ਦੇਖੀਏ ਮਿਸਟਰ ਥਿੰਦ, ਤੁਸੀਂ ਸੋਚੋ ਕਿ ਕਈ ਦੇਸ਼ਾਂ ਦੇ ਵਿੱਚ ਹਲੇ ਇੰਟਰਨੈਟ ਹੀ ਨਹੀਂ ਪ੍ਰੋਪਰਲੀ ਲੱਗਿਆ ਅਤੇ ਉਹਨਾਂ ਲਈ ਤਾਂ ਜਿਹੜੀ ਡਿਜੀਟਲ ਡਿਵਾਈਡ ਆ, ਇਹ ਜਿਹੜੀ ਅਨਫੇਅਰਨੈਸ ਆ, ਉਹ ਤਾਂ ਹੋਰ ਵੀ ਵੱਡੀ ਹੋ ਜਾਣੀ ਆ ਕਿਉਂਕਿ ਸਾਨੂੰ ਮੈਟਾਵਰਸ ਤੋਂ ਕੀ ਕੁਝ ਮਿਲੂਗਾ, ਕੀ ਜਾਣਕਾਰੀ ਮਿਲੂਗੀ, ਕੀ ਮਾਰਕੀਟਿੰਗ ਮਿਲੂਗੀ, ਕੀ ਸਾਨੂੰ ਐਂਟਰਟੇਨਮੈਂਟ ਮਿਲੂਗੀ, ਉਹ ਉਸ ਚੀਜ਼ ਦਾ ਆਨੰਦ ਹੀ ਨਹੀਂ ਮਾਣ ਸਕਦੇ ਹੈਗੇ। ਸੋ ਇਹ ਵੀ ਇੱਕ ਸੋਚਣ ਵਾਲੀ ਚੀਜ਼ ਆ ਕਿ ਦੁਨੀਆ ਦੇ ਵੱਡੇ ਪੱਧਰ ਤੋਂ ਲੈ ਕੇ ਆਪਣੇ ਘਰਾਂ ਦੇ ਵਿੱਚ ਵੀ ਇਹ ਫਾਸਲੇ ਲੈ ਕੇ ਆ ਸਕਦਾ ਮੈਟਾਵਰਸ। Let's see what happens. Let's see what happens. That's right. ਨੈਨਾ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਸ਼ੁਕਰੀਆ ਮਿਸਟਰ ਥਿੰਦ। ਥੈਂਕ ਯੂ।